ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਬਖਸ਼ਿਸ਼ ਕੀਤਾ ਹੋਇਆ ਪ੍ਰਤੀ ਰੂਪ ਨਾਰਾ ਆਪਾਂ ਰਲ ਮਿਲ ਕੇ ਸਾਂਝਾ ਕਰ ਲਈਏ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਜਿੱਥੇ ਜਿੱਥੇ ਵੀ ਆਪ ਗੁਰਮੁਖ ਰੋਆਂ ਸੱਜ ਬੈਠੇ ਹੋ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਝੁਕਾਓ ਸੀਸ। ਦਾਸਰੇ ਨੂੰ ਬਖਸ਼ੋ ਅਸੀਸ। ਇੱਕੇ ਵਾਰ ਰਲ ਮਿਲ ਕੇ ਕਹਿ ਦਿਓ ਗ੍ਰੰਥ ਸਾਹਿਬ ਪਾਤਸ਼ਾਹ ਕਿਰਪਾ ਕਰਨ। ਧੰਨ ਧੰਨ ਬਾਬਾ ਦੀਪ ਸਿੰਘ ਜੀ, ਆਪ ਹੀ ਤਰ੍ਹਾਂ ਸਾਡੇ ਵਿੱਚ ਵਰਤ ਕੇ ਆਪਣੇ ਮਹਾਨ ਵਡਿਆਈ ਗੁਰੂ ਚਰਨਾਂ ਦੇ ਵਿੱਚ ਕਰਵਾ ਲੈਣ। ਅਸੀਂ ਜਿਹੋ ਜਿਹਾ ਕੰਮ ਕਾਰ ਕਰਦੇ ਹੋਈਏ, ਚਿੱਤ ਦੇ ਵਿੱਚ ਖਿਆਲ ਉੱਠਦੇ ਹੈ ਕਿ ਆਹ ਕੰਮ ਇਉਂ ਨਹੀਂ ਇਉਂ ਕਰਨਾ ਚਾਹੀਦਾ ਹੈ। ਪ੍ਰਚਾਰਕਾਂ ਦੇ ਅੰਦਰ ਇਹੀ ਵਲਵਲਾ ਹੁੰਦਾ ਹੈ ਕਿ ਗੁਰੂ ਕੀ ਵਡਿਆਈ ਤੇ ਗੁਰੂ ਕੇ ਸਿੱਖਾਂ ਦੀ ਵਡਿਆਈ ਨੂੰ ਕਿਵੇਂ ਸੱਚੇ ਢੰਗ ਦੇ ਨਾਲ ਗਾ ਸਕਾਂ। ਇੱਕ ਬੜਾ ਬਾਬਾ ਜੀ ਦੇ ਪ੍ਰਥਾਏ ਵਧੀਆ ਖਿਆਲ ਮਨ ਅੰਦਰ ਬਣਿਆ, ਜਿਹੜਾ ਮੈਂ ਕਿਸੇ ਇਤਿਹਾਸਿਕ ਗ੍ਰੰਥ ਦੇ ਵਿੱਚੋਂ ਤਾਂ ਨਹੀਂ ਪੜ੍ਹਿਆ, ਪਰ ਫਿਰ ਵੀ ਉਹ ਮੈਨੂੰ ਵਧੀਆ ਬਹੁਤ ਲੱਗਾ ਤੇ ਜਿਹੜਾ ਮੈਂ ਆਪ ਜੀਆਂ ਦੇ ਨਾਲ ਆਧਾਰ ਬਣਾ ਕੇ ਸਾਂਝਾ ਕਰਨਾ ਹੈ ਤੇ ਅੱਗੇ ਇਤਿਹਾਸ ਦੀ ਲੜੀ ਤੋਰਨੀ ਹੈ। ਪਹਿਲੇ ਸਮਿਆਂ ਦੇ ਵਿੱਚ ਲਾਈਟ ਨਹੀਂ ਸੀ, ਘਰ ਦੇ ਵਿੱਚ ਟਿਊਬ ਨਹੀਂ ਸੀ ਜਗਾ ਸਕਦੇ, ਬਲਬ ਨਹੀਂ ਸੀ ਜਗ ਸਕਦਾ। ਅੱਜ ਤਾਂ ਸਾਡੀ ਲੋੜ ਨਾਲੋਂ ਕਈ ਹਿੱਸੇ ਵਧੇਰੇ ਸਾਧਨ ਨੇ ਰੋਸ਼ਨੀ ਕਰਨ ਵਾਸਤੇ। ਪਹਿਲੇ ਸਮਿਆਂ ਦੇ ਵਿੱਚ ਲੋਕ ਘਰਾਂ ਦੇ ਅੰਦਰ ਦੀਪ ਰੱਖਦੇ ਸੀ, ਦੀਵਾ, ਤੇ ਉਸ ਦੀਵੇ ਦੇ ਨਾਲ ਹਨੇਰੇ ਦੇ ਵਿੱਚ ਪ੍ਰਕਾਸ਼ ਕਰਨਾ ਅੱਜ ਵੀ ਹੋ ਸਕਦਾ। ਕੁਝ ਇਲਾਕਿਆਂ ਦੇ ਵਿੱਚ ਇਹੋ ਜਿਹਾ ਸਿਸਟਮ ਮੌਜੂਦ ਹੋਵੇ। ਉਹ ਜਿੱਥੇ ਦੀਵਾ ਜਾਂਦਾ ਸੀ ਉਥੋਂ ਹਨੇਰਾ ਖਤਮ ਕਰਕੇ ਤੇ ਲੋਕਾਂ ਨੂੰ ਪ੍ਰਕਾਸ਼ ਦਿੰਦਾ ਸੀ। ਜਿਨ੍ਹਾਂ ਦਾ ਅਸੀਂ ਜਨਮ ਦਿਹਾੜਾ ਮਨਾ ਰਹੇ ਹਾਂ, ਮਾਪਿਆਂ ਨੇ ਬੜਾ ਹੋਣਹਾਰ ਨਾਮ ਉਹਦਾ ਦੀਪ ਰੱਖਿਆ ਤੇ ਦੀਪ ਦਾ ਮਤਲਬ ਹੈ ਦੀਵਾ, ਤੇ ਦੀਵਾ ਲੋਕਾਂ ਨੂੰ ਪ੍ਰਕਾਸ਼ ਦਿੰਦਾ ਹੈ। ਬਾਬਾ ਜੀ ਸਰੀਰ ਕਰਕੇ ਸੰਸਾਰ ਤੋਂ ਚਲੇ ਗਏ, ਪਰ ਅੱਜ ਵੀ ਉਹਦਾ ਨਾਮ ਦੁਨੀਆ ਨੂੰ ਦੀਵਾ ਬਣ ਕੇ ਤੇ ਪ੍ਰਕਾਸ਼ ਦੇ ਰਿਹਾ ਹੈ। ਪ੍ਰਤੱਖ ਦੀਵੇ ਤਾਂ ਪ੍ਰਤੱਖ ਹਨੇਰਾ ਖਤਮ ਕਰਦੇ ਹੈ ਤੇ ਚਾਨਣ ਚੜ੍ਹ ਦਿੰਦੇ ਨੇ। ਤੇ ਧੰਨ ਨੇ ਬਾਬਾ ਦੀਪ ਸਿੰਘ, ਜਿਨ੍ਹਾਂ ਦਾ ਨਾਮ ਹੀ ਦੀਵਾ ਬਣ ਕੇ ਤੇ ਸਾਡੇ ਦੋ ਲੋਕਾਂ ਦਾ ਉਜਾਲਾ ਕਰਦਾ ਹੈ, ਦੋਹਾਂ ਲੋਕਾਂ ਦੇ ਵਿੱਚ ਪ੍ਰਕਾਸ਼ ਦੇ ਰਿਹਾ। ਐਸੀ ਮਹਾਨ ਵਡਿਆਈ ਬਖਸ਼ਿਸ਼ ਭਰਿਆ ਉਸ ਸਿੱਖ ਯੋਧੇ ਦਾ ਨਾਮ ਹੀ ਹੈ, ਜਿਹਦੇ ਇਤਿਹਾਸ ਦੀ ਲੜੀ ਆਪਾਂ ਪਹੁਵਿੰਡ ਤੋਂ ਲੈ ਕੇ ਆਨੰਦਪੁਰ ਦੀ ਪਾਵਨ ਧਰਤੀ ਤੇ ਲੈ ਕੇ ਪਹੁੰਚੇ ਸਾਂ। ਥੋੜਾ ਜਿਹਾ ਸੰਖੇਪ ਮੈਂ ਸਾਂਝਾ ਕਰ ਰਿਹਾ ਕਿ ਜਿਹੜੀਆਂ ਸਿੱਖ ਸੰਗਤਾਂ ਕੱਲ ਨਹੀਂ ਸੀ ਹਾਜ਼ਰ ਹੋ ਸਕੀਆਂ, ਉਹ ਅੱਜ ਹਾਜ਼ਰ ਹੋਈਆਂ ਨੇ। ਧੰਨਵਾਦ ਹੈ ਉਹਨਾਂ ਦਾ। ਇਤਿਹਾਸ ਦੀ ਲੜੀ ਉਹਨਾਂ ਦੀ ਸਮਝ ਵਿੱਚ ਆ ਜਾਏ। ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਹੋ ਕੇ ਇਹ ਪ੍ਰੋਗਰਾਮ ਆਰੰਭ ਹੋਏ ਨੇ। ਸਨ 1682 ਵਿੱਚ ਪਹੁਵਿੰਡ ਦੀ ਪਵਿੱਤਰ ਪਾਵਨ ਧਰਤੀ, ਜਿੱਥੇ ਭਾਈ ਭਗਤਾ ਜੀ ਦੇ ਗ੍ਰਹਿ ਵਿਖੇ ਮਾਤਾ ਜਿਉਣੀ ਜੀ ਦੀ ਪਾਵਨ ਕੁੱਖ ਤੋਂ ਬਾਬਾ ਜੀ ਦਾ ਜਨਮ ਹੋਇਆ। 17 ਸਾਲ ਦੀ ਉਮਰ ਹੈ। ਆਪਣੇ ਮਾਤਾ ਪਿਤਾ ਦੇ ਨਾਲ ਪਹੁਵਿੰਡ ਤੋਂ ਚੱਲ ਕੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚੇ ਹੈ। ਸਮੁੱਚੇ ਪਰਿਵਾਰ ਨੇ ਪੰਜ ਪਿਆਰਿਆਂ ਦੇ ਪੇਸ਼ ਹੋ ਕੇ ਖੰਡੇ ਬਾਟੇ ਦੀ ਪੌੜ ਛਕੀ। ਨਾਮ ਭਾਈ ਭਗਤ ਸਿੰਘ, ਨਾਮ ਮਾਤਾ ਜੀਵਨ ਕੌਰ,
ਅਤੇ ਨਾਮਦੀਪ ਸਿੰਘ ਹੋਇਆ। ਇੱਥੇ ਕਿ ਜਾ ਕੇ ਆਪਾਂ ਖੰਡੇ ਦੀ ਪੌਲ ਤੇ ਕੱਲ ਦੀ ਲੜੀ ਛੱਡੀ ਸੀ ਤੇ ਇਥੋਂ ਅੱਗੇ ਲੜੀ ਆਰੰਭ ਕਰਨੀ ਹੈ। ਮੈਂ ਇਹ ਬੇਨਤੀ ਕਰਦੇ ਹਾਂ, ਮੇਰੀ ਕਥਾ ਦੇ ਵਿੱਚ ਕੋਸ਼ਿਸ਼ ਇਹ ਹੁੰਦੀ ਹੈ ਕਿ ਜਿਹੜੀ ਵਿਚਾਰ ਕਰਨੀ ਹੈ ਤਕਰੀਬਨ ਉਸ ਵਿਚਾਰ ਨੂੰ ਅਸੀਂ ਚੇਤੇ ਰੱਖ ਸਕੀਏ। ਕਈ ਥਾਵਾਂ ਤੇ ਮੈਨੂੰ ਕਈ ਸਾਲਾਂ ਬਾਅਦ ਜਾਣ ਦਾ ਮੌਕਾ ਮਿਲਦਾ ਹੈ, ਪਰ ਜਦੋਂ ਕਈ ਸਾਲਾਂ ਬਾਅਦ ਵੀ ਕਿਸੇ ਤੇ ਥਾਂ ਤੇ ਜਾਣਾ ਨਾ ਤੇ ਉਥੋਂ ਦੀਆਂ ਸੰਗਤਾਂ ਨੂੰ ਚੇਤਾ ਹੁੰਦਾ ਹੈ ਕਿ ਇਹ ਸਿੰਘ ਆਹ ਕਥਾ ਸਾਡੇ ਇਲਾਕੇ ਦੇ ਵਿੱਚ ਕਰਕੇ ਗਿਆ ਸੀ। ਤੇ ਮੈਂ ਚਾਹੁੰਦਾ ਇਸ ਨਗਰ ਦੇ ਵਿੱਚ ਆਇਆ ਮੈਂ ਪਹਿਲੀ ਵਾਰ ਹਾਂ। ਸਬੱਬੀ ਮੇਲੇ ਆ, ਗੁਰੂ ਰਹਿਮਤ ਕਰੇ ਜਿੱਥੇ ਵੀ ਕਿਤੇ ਸਾਡਾ ਮੇਲ ਹੋਏ ਤੇ ਸਾਨੂੰ ਬਾਬਾ ਦੀਪ ਸਿੰਘ ਦਾ ਇਤਿਹਾਸ ਚਿੱਤੇ ਹੋ ਜਾਣਾ ਚਾਹੀਦਾ ਹੈ ਕਿ ਸਾਡੇ ਨਗਰ ਦੇ ਵਿੱਚ ਇਹ ਕਥਾ ਹੋਈ ਸੀ। ਹਰੇਕ ਇਤਿਹਾਸ ਦੇ ਪੰਨੇ ਨੂੰ ਮੈਂ ਆਪ ਜੀਆਂ ਦੇ ਨਾਲ ਜਿੰਨਾ ਵੀ ਮੇਰੇ ਕੋਲੋਂ ਹੋ ਸਕਿਆ ਮੈਂ ਸਿਖਿਆਣ ਢੰਗ ਦੇ ਨਾਲ ਬਿਆਨ ਕਰਾਂਗਾ ਤੇ ਕਰਾਂਗਾ ਬਿਲਕੁਲ ਤਰਤੀਬ ਮੁਤਾਬਕ ਪੜਾਅ ਦਰ ਪੜਾਅ ਕਰਕੇ ਕਿ ਹਰੇਕ ਪੜਾਅ ਦੇ ਬਾਰੇ ਸਾਨੂੰ ਸਮਝ ਆਏ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਸਭ ਤੋਂ ਪਹਿਲਾ ਮਿਲਾਪ ਉਹ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋਇਆ। ਜਿਸ ਵੇਲੇ ਖੰਡੇ ਬਾਟੇ ਦੀ ਪੌਲ ਛੱਡੀ ਨੂੰ ਕੁਝ ਸਮਾਂ ਬਸਰ ਹੋਇਆ ਤੇ ਇੱਕ ਦਿਨ ਮਾਤਾ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਕੋਲ ਹਾਜ਼ਰ ਹੋਏ ਹੈ ਕਿ ਸਾਨੂੰ ਇਜਾਜ਼ਤ ਦਿਓ, ਤੁਹਾਡੇ ਕੰਮ ਕਾਰ ਛੱਡ ਕੇ ਆਏ ਆ ਗੁਰੂ ਦਾ ਦੀਦਾਰ ਕਰਨ ਤੇ ਹੁਣ ਗੁਰੂ ਕਿਰਪਾ ਕਰਕੇ ਸਾਨੂੰ ਆਪਣੇ ਪਿੰਡਾਂ ਨੂੰ ਜਾਣ ਦੀ ਆਗਿਆ ਬਖਸ਼ਿਸ਼ ਕਰੇ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਬੜੇ ਖਿਆਲ ਨਾਲ ਸਿੱਖ ਕੌਮ ਦੇ ਮਹਾਨ ਯੋਧੇ ਵੱਲ ਤੱਕਿਆ ਕਿ ਸਰੀਰ ਬੜਾ ਢੀਠ ਡੌਲ ਹੈ। ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਉਸ ਬਹਾਦਰ ਯੋਧੇ ਵੱਲ ਤੱਕ ਕੇ ਆਪਣੇ ਮੁਖਾਰ ਬਿੰਦ ਤੋਂ ਕਹਿੰਦੇ ਆ ਭਾਈ ਭਗਤਾ ਜੀ ਨੂੰ, ਮਾਤਾ ਜੀਉਣੀ ਜੀ ਦੇ ਤਾਈਂ ਬਚਨ ਕਰਦੇ ਹੈ ਕਿ ਮੈਂ ਤੁਹਾਡੇ ਨਾਲ ਇੱਕ ਸਾਂਝ ਪਾਉਣੀ ਹੈ, ਜੇ ਆਪ ਜੀਆਂ ਨੂੰ ਕੋਈ ਚੰਗੀ ਲੱਗੇ ਤੇ ਮੰਨ ਲੈਣੀ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਆ ਜਿਹੜਾ ਬਾਰਪੁਰਦਾਰ ਸੁਪੁੱਤਰ ਹੈ ਨਾ ਤੁਹਾਡਾ, ਇਹ ਬੜਾ ਦਰਸ਼ਨੀ ਖਾਲਸਾ ਬਣ ਗਿਆ, ਜਿਸ ਨੂੰ ਤੁਸੀਂ ਬੜੇ ਲੰਮੇ ਸਮੇਂ ਤੋਂ ਪੌਲ ਲੈਣ ਵਾਸਤੇ ਤਿਆਰ ਕੀਤਾ ਸੀ, ਉਹ ਪੌਲ ਛੱਡ ਕੇ ਦੀਪ ਤੋਂ ਦੀਪ ਸਿੰਘ ਬਣ ਗਿਆ। ਤੇ ਮੈਂ ਚਾਹੁੰਦਾ ਇਹਨੂੰ ਸ਼ਸਤਰ ਵਿਦਿਆ ਤੇ ਸ਼ਾਸਤਰ ਵਿਦਿਆ ਦੇ ਵਿੱਚ ਨਿਪੁੰਨ ਕਰਾਂ। ਦੋ ਚੀਜ਼ਾਂ ਨੇ, ਇੱਕ ਸ਼ਸਤਰ ਹੈ ਇੱਕ ਸ਼ਾਸਤਰ ਹੈ। ਸੰਸਾਰ ਦੇ ਵਿੱਚ ਬੜੇ ਲੋਕ ਹੋਏ ਜਿਹੜੇ ਸ਼ਸਤਰ ਦੇ ਧਨੀ ਹੈ ਪਰ ਸ਼ਾਸਤਰ ਦਾ ਊੜਾ ਐੜਾ ਨਹੀਂ ਪੜ ਸਕੇ। ਬਹੁਤ ਸਾਰੇ ਐਸੇ ਲੋਕ ਹੈ ਜਿਹੜੇ ਸ਼ਾਸਤਰ ਦੇ ਬੜੇ ਧਨੀ ਹੋਏ ਹੈ ਪਰ ਸ਼ਸਤਰ ਨਹੀਂ ਚਲਾ ਸਕੇ। ਪਰ ਜਿਸ ਮਹਾਨ ਯੋਧੇ ਨੂੰ ਸਨਮੁਖ ਰੱਖ ਕੇ ਅਸੀਂ ਇਸ ਦਰਬਾਰ ਦੇ ਵਿੱਚ ਸੱਜ ਬੈਠੇ ਹਾਂ, ਜਿੱਥੇ ਉਹ ਸ਼ਸਤਰ ਦਾ ਧਰੀ ਬਣਿਆ, ਜਿੱਥੇ ਉਹਨੇ 18 ਸ਼ੇਰ ਦਾ ਖੰਡਾ ਚੁੱਕਿਆ, ਉੱਥੇ ਨਾਲ ਨਾਲ ਉਹ ਸ਼ਾਸਤਰ ਦਾ ਵੀ ਬੜਾ ਧਨੀ ਬਣਿਆ, ਬੜਾ ਗ੍ਰੰਥਾਂ ਦਾ ਗਿਆਤਾ ਹੋਇਆ। ਤੇ ਸਾਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਆ ਜੇ ਤੁਹਾਡੀ ਆਗਿਆ ਹੋਏ ਤੇ ਇਸ ਤੁਹਾਡੇ ਬਾਰਪੁਰਦਾਰ ਸੁਪੁੱਤਰ ਨੂੰ ਅਸੀਂ ਆਨੰਦਪੁਰ ਰੱਖ ਲਈਏ, ਤੁਸੀਂ ਆਪਣੇ ਘਰ ਦੇ ਕੰਮ ਕਾਜ ਕਰ ਲਓ ਤੇ ਤੁਹਾਡਾ ਜਿਹੜਾ ਪੁੱਤਰ ਹੈ ਇਹ ਵੀ ਵਿਦਿਆ ਦੇ ਵਿੱਚ ਨਿਪੁੰਨ ਹੋ ਜਾਵੇ। ਮੈਂ ਕਹਿੰਦਾ ਮਾਂ ਜਿਉਣੀ ਤੂੰ ਬੜੀ ਧੰਨ ਹੈ, ਜੇ ਅੱਜ ਦੀ ਮਾਂ ਹੁੰਦੀ ਨਾ ਤੇ ਹੋ ਸਕਦਾ ਸੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਇਨਕਾਰ ਕਰ ਆਉਂਦੀ ਕਿ ਮੈਂ ਮੋਹ ਦੀਆਂ ਤੰਦਾਂ ਦੇ ਵਿੱਚ ਵੱਜੀ ਹੋਈ ਹਾਂ, ਮੈਂ ਆਪਣਾ ਪੁੱਤਰ ਛੱਡ ਕੇ ਨਹੀਂ ਜਾ ਸਕਦੀ। ਪਰ ਉਹ ਧੰਨ ਸੀ ਮਾਂ
जिन्हें आख्या गुरु गोबिंद सिंह पातशाह तेरे हुक्म दे विच तां तारे चंद्रमे सूरज धरती पानी सब कुछ चलदा, कौन है तेरा हुक्म मोड़ सके। भाई भगते ने सिर मथे हुक्म मन्या, अपने नौजवान पुत्र नूं आनंदपुर साहिब की धरती ते छड्ड के आप श्री तरन तारण साहिब दे नेड़े अपने पिंड बहुविंड पहुंच जाते हैं। उधर साहिब श्री गुरु गोबिंद सिंह पातशाह जी बाबा दीप सिंह जी नूं दो गल्लां दे विच निपुण करन वास्ते विशेष प्रबंध करते हैं। पता समा आउण ते मैं सेवा लैणी है शस्त्र दी भी ते शास्त्र दी भी। कुछ उस्ताद लाए जिन्हां ने शस्त्र विद्या सिखाई, शास्त्र विद्या सिखाउण वास्ते जिन्हां दा नाम साडे घरां दा बच्चा बच्चा भी जानदा, भाई साहब भाई मनी सिंह, उन्हां नूं विशेष तौर ते हदायत कीती कि तुसीं इस नौजवान गबरू नूं गुरमत दी विद्या, ग्रंथां दी विद्या, भाषावां दी विद्या तुसां ने सिखाउणी है। कई बार टीचर पढ़ाउण वाला नहीं हुंदा, स्टूडेंट पढ़ने वाला होता है, पर फिर भी वो बहुत ही मंजिला नहीं प्राप्त कर सकता क्योंकि टीचर पढ़ाने वाला नहीं मिलया। कई बार क्यों भी हो जाता है कि अध्यापक तो बहुत वधिया बहुत रुचि वाला, साडा बच्चा इहदे लायक हुंदा, वो पढ़ने वाला ख्याल ही नहीं करता। वो टीचर दे कोल बैठा भी कदी इधर भजदा कदी उधर भजदा, कदी इधर वेखदा कदी उधर वेखदा, कभी बच्चा सफलता प्राप्त नहीं कर सकता। कमाल की श्री आनंदपुर साहिब की धरती है, ते कमाल का गुरु ते कमाल का उस्ताद ते कमाल का ही बाबा दीप सिंह। सारिया चीज़ां दा जदों तालमेल बन गया ते थोड़े समय दे विच ही बहुविंड दा नौजवान धन बाबा दीप सिंह शस्त्रां दे विच बड़ा निपुण होया। नाल नाल ओनू शास्त्रां दी बहुत ज्ञाता होई ते बड़ा विद्वान सज्जन बन गया। उधर मां नूं खिच पई कि मैं पुत आनंदपुर छड्ड आई हां ते क्यों ना होए अपने पुत नूं लियाउण दे बहाने मैं गुरु दे भी दर्शन कर आवां। माता पिता बहुविंड तो चले आनंदपुर साहिब की धरती ते जाके गुरु गोबिंद सिंह पातशाह दा दीदार तकिया। नाल नाल अपने पुत्र नूं जदों वेखिया ते बागो बाग हो गए कि असीं जिहो जिहा छड्ड के गए सी ना, हो सकदा सी किते दीप सिंह साडे नाल चलिया जांदा ते अज इहदे चेहरे दा नूर इह ना हुंदा। जिहड़ी सार बाजा वाले ने साडे पुੱਤ दी लई है, मैं खुद मां होने दे नाते भी वो पालना अपने पुੱਤ दी ना कर सकदी जेड़ी मेरे बाजा वाले ने मेरे पुੱਤ दी कीती है। साहिब सतगुरु श्री गुरु गोबिंद सिंह पातशाह जी नूं बेनती कीती, जे तुहाडा हुक्म होवे तुहाडा बचन मन के असीं पुੱਤ छड्ड गए, तुसीं विद्या पढ़ा दित्ती, जे तुहाडा हुक्म होवे ते इहनूं असीं नाल लै जाइए। धन साहिब सतगुरु श्री गुरु गोबिंद सिंह पातशाह जी की आज्ञा पाके इस भाग जुड़ा अपने पुत्र नूं आनंदपुर की धरती तो लैके ते बहुविंड पहुंच गया। हुण इत्थे तवज्जो दिओ, इत्थे फिर दो धरतियां दा दो स्थानां दा इतिहास इकट्ठा लैके आपां चलना है। साहिब श्री गुरु गोबिंद सिंह पातशाह आनंदपुर की धरती ते है ते बाबा दीप सिंह बहुविंड की धरती ते है। बहुविंड की धरती ते रह के धर्म की किरत करदियां गुरसिੱਖੀ जीवन कमाया बाबा दीप सिंह जी ने। जिथे आप गुरसिੱਖੀ जीवन कमाया उथे आंढ गुआंढ के बच्चे भी भेखे ਜਿਹੜੇ ਸਿੱਖੀ ਤੋਂ ਪਤਤ ਹੋਏ ਸੀ ਨਾ, ਉਹਨਾਂ ਨੂੰ ਸਿੱਖੀ ਵਾਲੇ ਪਾਸੇ ਪ੍ਰੇਰਿਆ। ਇੱਕ ਪਾਸੇ ਤੇ ਬਾਬਾ ਦੀਪ ਸਿੰਘ ਧਰਮ ਦੀ ਕਿਰਤ ਕਰਦੇ ਆ, ਖੇਤੀਬਾੜੀ ਕਰਦੇ ਆ, ਤੇ ਦੂਸਰਾ ਪੱਖ ਨਾਲ ਨਾਲ
नाल सिक्खी कमाउंदियां जिहड़े सिक्खी तो टुटे होए आ उन्हां नूं सिक्खी दे नाल जोड़दे आ, बाणी दे नाल जुड़दे आ। उहदे जिहड़ी आनंदपुर साहिब दी धरती है उत्थे जिहड़ा समा वो बहुता वधिया ना रहा ते पहाड़ी राजियां दा 10वें पातशाह दे नाल जंग आरंभ हो गया। मैं सिर्फ लड़ी नूं लैके चलना है, इतिहास खोलण दा समा नहीं। साहिब श्री गुरु गोबिंद सिंह पातशाह जी ने सन 1704 ਨੂੰ श्री आनंदपुर साहिब का किला त्याग दिता। चलते चलते परिवार विछोड़ा साहिब पहुंचते हैं, जिथे परिवार 3 भागां दे विच वंडिया गया। उन्हें अपना परिवार 3 भागां दे विच वंडा के सानू इकट्ठे किया है। पर साडी बदकिस्मती ये है कि असीं फिर वंडियां पाके बैठ गए कि सिख सिख दे नाल बैठण वास्ते तैयार नहीं। गुरु ने अपना परिवार विछोड़ा बना के सानू इकट्ठियां कीता सी, पर असीं फिर भी इकट्ठे रहण वास्ते अज तैयार नहीं। मैं बेनती करां कि जिहड़ा गुरमुख दा समागम है ना, ये सानू सब इलाके नूं जिथे भी होवे इकट्ठे होके मनाउणा चाहिए। साहिब सतगुरु श्री गुरु गोबिंद सिंह पातशाह सरसा बाहर हो गए। 2 छोटे साहिबजादे ते दादी सरसा दे किनारे किनारे बहण वाले पासे नूं तुर गई। 2 मातावां भाई मनी सिंह दे नाल भाई जवाहर सिंह दे नाल दिल्ली वाले पासे नूं तुर दित्तियां। धन साहिब श्री गुरु गोबिंद सिंह पातशाह चमकौर पहुंच के ते बड़ा महान जंग लड़ते हैं। बड़े कमाल का इतिहास है, पर की तरह मैनू अगे जाना पैना है। साहिब श्री गुरु गोबिंद सिंह पातशाह ने जंग लड़िया, उपरंत माछीवाड़े के जंगलों में चले गए। मैं एक बेनती इतिहास विचों कह के फिर अगे जाना है। अब पिछले दिनी साहिब गुरु गोबिंद सिंह पातशाह का असां अवतार दिहाड़ा मनाया। सिख कौम के कलारियां ने जिहड़े माछीवाड़े दे जंगल सी बड़े सोहणे ढंग दे नाल सुनाए ते तुसां बड़ी एकाग्रता बना के बड़ा झूम झूम के इतिहास सुनिया। ते की इतिहास सी कि गुरु गोबिंद सिंह पातशाह तू केसां दे सत्कार करके अपने चरनां दी परवाह नहीं की। जदों चमकौर साहिब तो निकलिया ते तू महसूस कीता कि जेड़े राह में चल के लंघना उस राह मेरे सिखां दियां दस्तारां लथियां होईयां ने। जेड़े रस्ते थाणी में लंघ के जाना उस रस्ते मेरे सिखां दे केस खिलरे हुए हैं। इन्हां पैरां दा जुड़ा गुरु के सिखां दियां दस्तारां दे नाल लगेगा, उन्हां दियां केसां दे नाल लगेगा। ये गल मैनू नहीं पाउंदी। इन्हां पैरां दे विच भावें कंडे चुभ जाण, ये भावें लहू नहान हो जाण, पर इन्हां पैरां नूं बचाउण दी खातर मैं केसां दा नरादर नहीं कर सकदा। जोड़ा चमकौर ला दिता। नंगे चरनी धन गुरु गोबिंद सिंह पातशाह उथों चलदे आ। ख्याल करियो असीं केस वाह के पैरां दे विच आप सुੱਟਦੇ आ ते साडीआं सत्कारयोगी भैणां झाड़ू दे नाल हुंज के ते कूड़े दे विच सुੱਟ आउंदियां। किथे गया माछीवाड़े दा इतिहास? जेड़ा धन गुरु गोबिंद सिंह पातशाह जी ने इन्हां केसां दे सत्कार दी खातर अपने चरणों का जोड़ा उतार के ते नंगे चरनी उतरे है ते उन्हें अपने चरणों के विच कंडे चबा के भी इन्हां केसां नूं जोड़ा नहीं सी रखदा। अज ख्याल करिए उन्हां केसां दा सत्कार करके असीं कहिए कि बाजा वालिया जे तू साडियां केसां दी खातर अपना जोड़ा उतार दिता ते अज असीं भी इन्हां केसां दा जिंदगी दे विच अदब करांगे।
नहीं कटा के नालियां दे विच रुड़न देंगे। इन्हां केसां नूं नहीं कुतर के असीं पैरां दे विच सुੱਟਣ देंगे। असीं इन्हां केसां नूं वाह के गुथलियां दे विच पा के इकट्ठे करांगे ते उन्हां केसां दा सत्कार करदिआं असीं इन्हां दा संस्कार करांगे। पल्ले बन्न के जाओ। बहुत नरादर कर लिया। बाबा दीप सिंह जी के जन्म दिन नूं समर्पित होके अज तो प्रण करके जाओ कि साडे पैरां दे विच भावें कंडे वज जाण पर इन्हां पैरां दे थले केस नहीं होने चाहिए। इन्हां जोड़ियां दे नाल केसां दा नरादर नहीं होना। साहिब गुरु गोबिंद सिंह पातशाह दे घर दा अदब करना। मैं एक बेनती कह के अगे चलां। बड़े दुख दे नाल कहना पैंदा है प्रचारे वीरा जे तू इस घर दे विच मत्था टेकण आना ते इस घर दे विच गुरु दा सत्कार करन दी खातर तू अपना जोड़ा ਜਿਹੜੀ ਚਰਨ ਕੰਗਾ ਬਣਿਆ ਇਥੋਂ ਚਰਨ ਧੋ ਕੇ ਤੇ ਫਿਰ ਇਸ ਦਰਬਾਰ ਦੇ ਵਿੱਚ ਆ ਦਰਸ਼ਨ ਕਰਨ। ਉਹਨਾਂ ਨੂੰ ਇਹ ਗੱਲ ਕਹੀਏ ਤੇ ਮੁਬਾਰਕਾ ਪਰ ਦੁੱਖ ਉਦੋਂ ਹੁੰਦਾ ਹੈ ਹਿਰਦਾ ਉਦੋਂ ਲੁੰਦਰਿਆ ਜਾਂਦਾ ਹੈ ਕਿ ਜਦੋਂ ਮੈਨੂੰ ਸਿੱਖ ਹੋਣ ਦੇ ਨਾਤੇ ਇਹ ਬੇਨਤੀ ਸਿੱਖ ਨੂੰ ਕਰਨੀ ਪੈਂਦੀ ਹੈ। ਜਿੰਨਾ ਮੇਰਾ ਗੁਰੂ ਉਹਨੇ ਤੁਹਾਡਾ ਗੁਰੂ ਹੈ। जिन्ना मेरा फर्ज बनता है सत्कार करना ਤੁਹਾਡਾ भी उन्ना ही बनता है। जे मेरा फर्ज है कि मैं जराबा पा के इत्थे कथा नहीं कर सकता फर्ज ਤੁਹਾਡਾ भी है ना कि जराबा पा के कथा तुसीं भी नहीं सुन सकते। चरण कंगा मेरे वास्ते भी बनी है ते मैं कहना कला मेरे वास्ते नहीं कि ਤੁਹਾਡੇ वास्ते भी बनी है। इस करके ये साडा सारियां दा फर्ज बनता है कि साडा भावें नरादर हो जावे पर ऐस गुरु दा नरादर साडे वल्लों नहीं होना चाहिए। इस करके जिन्ना भी हो सके आपां धन गुरु ग्रंथ साहिब पातशाह दे सत्कार नूं मुख रखते हुए साहिब गुरु ग्रंथ साहिब पातशाह दे घर जराबां उतार के चरण धो के फिर इस गुरु नूं सिर नवाउणा। चेते रखियो माछीवाड़ा धन गुरु गोबिंद सिंह पातशाह जिन्हें सिखां दी खातर माछीवाड़े दे जंगलां दा पैना नंगे चरनी तय कीता। जेड़ा शब्द सुनिया ना मित्र प्यारे नु हाल मरीदां दा कहना ये माछीवाड़े दे जंगलां दे विच गया। गलाबे पंजाबे दे खूह ते बैठ के टिंड दा सराणा लैके उत्ते आखिया मित्र प्यारे नु हाल मरीदां दा कहना कि तेरी मैं सिफत करां। लोकां दे घरों तां एक लाल चलिया जाए ते उमरां रोंदियां दियां लंघ जांदियां ने। तू चमकौर 2 बार के आ गया अपनी अखां दे सामने शहीद करा के आ गया ते आके खुशी दे गीत गाउंदा कि हाल मरीदां दा कहना। साहिब गुरु गोबिंद सिंह पातशाह माछीवाड़े तो चलते आलमगीर पहुंचते हैं। आलमगीर साहब तो होंदे हुए रायकोट पहुंचते हैं जिथे मुगल राज दीयां जड़ां पुट्टियां ने काई दा बूटा पुट के साहिब गुरु गोबिंद सिंह पातशाह ने आख्या एक काई नहीं मैं पुट्टी ये मुगल राज पुट दिता। जेड़े मुगल राज दे विच दुध पीने शहीद कीते गए वो मुगल राज दीयां जड़ां पुट दित्तियां राय कले दे कोल जाके। साहिब श्री गुरु गोबिंद सिंह पातशाह रामे आने पहुंचते हैं जिथे माता भाग कौर मझैल जाके मिलती है। जिथे भाई मान सिंह दा जाके मिलाप होंदा है। जिथे माझे वाले बदावा लिख के माझे में चल पैंदे है ते धन साहिब गुरु गोबिंद सिंह पातशाह खदराने दी ढाल नूं चले जांदे है। उस स्थान ते जाके जंग लड़िया ते जदों मान सिंह ने बदावा पढ़वाया ना जिन्हां नूं आखिया सी ना कि ये हुण सिख नहीं रहे उन्होंने आप लेके दिता। माझे वाले जेडे ना मझैला ने आप लेके दिता कि असीं तेरे सिख नहीं ते तू साडा गुरु नहीं।
ते जे किते मुक्तसर दा जंग ना हुंदा ते अज सारे माझे वाले शेके होने सी पंथ दे विचों। ये धन कुर्बानी है मुक्तसर दे जंग दी, जिथे मान सिंह ने शहादत दा जाम पींदियां पींदियां कहा बादशाह कुछ नहीं चाहिदा, पुत नहीं चाहिदा, राज नहीं चाहिदा, मैनू कोई चौधरताई नहीं चाहिए, सिर्फ इको ही गल चाहिए है जेडे माझे वाले लेके दे गए ना, सिर्फ वर्का पढ़ दे, सिर्फ साडी टुटियां दी गंढ ला मेरी शहादत सफल हो जावे। साहिब गुरु गोबिंद सिंह पातशाह ने कला बदावा नहीं पाड़िया, बदावा पाड़ के ते जड़ी खदाने दी ढाब सी ना उस स्थान ते शहीदां दा सत्कार संस्कार करके आख्या ये मेरे मुक्ते आ, ये ना ही खदराने दी ढाब दा रख दिता श्री मुक्तसर साहिब। जेड़े शेके सी ना उन्हां शेकियां दे विचों कुझां ने अपनियां जानां वार के उस खदराने दी ढाब तो ओदा नाम 10वें पातशाह दे कोलों श्री मुक्तसर रखवाया। ये माझे दी बदौलत है, मालवे की धरती की ढाब जिहड़ी है उन्होंने मुक्तसर बना देना, ये माझे वाले की कुर्बानी है। साहिब सतगुरु श्री गुरु गोबिंद सिंह पातशाह खदराने की ढाब तो दमदमा साहिब चले गए। असल दे विच ये जिहड़ा रूट है ये बहुत इतिहास के नाल भरिया होया, किते गुरु ने सबब बनाया। ये इतिहास की लड़ी आपां इकट्ठी सरवण करांगे। किवें आनंदपुर तो चमकौर साहिब, चमकौर साहिब तो माछीवाड़ा, माछीवाड़े तो ये सारा रूट बनाते हुए किवें खदराने पहुंचते हैं ते दमदमा साहिब तक साहिब गुरु गोबिंद सिंह पहुंचते हैं। ये कई दिनों का लंबेरा इतिहास है। अज असीं बाबा दीप सिंह के जन्म दिहाड़े नूं समर्पित है ते मैनूं साहिब गुरु गोबिंद सिंह पातशाह जी नूं लैके ते दमदमा साहिब लड़ी के मुताबिक पहुंचना पैना सी। मैं तां थोड़ा थोड़ा हवाला दिता है। साहिब श्री गुरु गोबिंद सिंह पातशाह आनंदपुर साहिब तो लैके दमदमा साहिब जा पहुंचे है। इस स्थान ते फिर जाके धन गुरु गोबिंद सिंह पातशाह ने एक सिख पहुवेट की धरती ते भेजिया वा, जिन्हां दे जन्म दिन नूं समर्पित आपां सज बैठे हां कि जा जाके भाई भगते दे पुत्र नूं दमदमा साहिब की धरती ते लैके आ, क्योंकि वेला आ गया ना जेड़े समय करके उन्होंने शस्त्रां दे विच शास्त्रां दे विच निपुण कीता सी ना, वेला आ गया। जेड़े काम वास्ते तैयारी करवाई सी ना उस काम दा समा आया ते सिख नूं भेजिया पहुवेड़ा। उस सिख ने आके जदों साहिब गुरु गोबिंद सिंह पातशाह दा हुक्म दस्सिया ते चाह चढ़ गया समूचे परिवार नूं। लोग गुरु नूं याद करदे आ, गुरु दीप सिंह नूं याद करदा है। सत श्री अकाल। साहिब सतगुरु श्री गुरु गोबिंद सिंह पातशाह जी ने दमदमा साहिब की धरती तो सिख भेज के सुनेहा दिता कि तुसीं हुण साडे कोल दमदमा साहिब की धरती ते पहुंच जाओ। बड़े चावां दे नाल मां जीवनी ने बड़े चावां दे नाल भाई भगते ने अपने नौजवान गभरू पुੱਤ ਨੂੰ गुरु वाले पासे तोड़ दिता कि जे गुरु ने सानू याद कीता ते जा गुरु दी सेवा दे विच हाजिर हो। साहिब श्री गुरु गोबिंद सिंह पातशाह दे हुक्म नूं मनदे होए बाबा दीप सिंह दमदमा साहिब दी धरती ते पहुंच गए। हुण ख्याल करियो मैं बहु पिंड भी छड्ड के लगा, आनंदपुर साहिब भी छड्ड के लगा। हुण जिक्र करना है दमदमा साहिब की धरती ते वो इतिहास जेड़ा साहिब गुरु गोबिंद सिंह पातशाह दा ते बाबा दीप सिंह दा साझा है। जेड़ा गुरु ते सिख दे नाल संबंधित इतिहास बाबा दीप सिंह जी दा दमदमा साहिब की धरती ते वापरिया, हुण वो पड़ाव मैं तुहाडे नाल इथों आरंभ करना है। समा बनया सिखा ने आख्या धन गुरु गोबिंद सिंह पातशाह
आनंदपुर साहब की धरती ते एक प्रण होया सी कि असीं श्री गुरु ग्रंथ साहब का स्वरूप लिखांगे। बहुत समा जंगल दे विच वो नहीं आप भी लिख सके ते हुण जंग दा कमर कसा खोल दिता। तुसीं इतिहास विच सुनिया होगा कि मुगत सर दा जंग लड़ के जदों दमदमा साहब पहुंचे ते महाराज ने अपना कमर कसा खोल के कह दिता सी मैं जंग नहीं लड़ना। ये सिखां ने आख्या पातशाह दी जंग नहीं लड़ना ते हुण स्वरूप लिखो, क्योंकि आनंदपुर साहब की धरती ते साहिब गुरु गोबिंद सिंह पातशाह जदों गुरु बने ना, थोड़ा जिहा मैनूं जिक्र करना पैना गुरु ग्रंथ साहब की संपादना तो पहला वाला, ਉਹਦੇ करके थोड़ी जी घटना आनंदपुर की साझी करनी पैनी है। साहिब गुरु गोबिंद सिंह पातशाह ने ख्याल बनाया कि जिहड़ा स्वरूप श्री गुरु अर्जन देव पातशाह जी ने लिखाया वो बाबे धीर मल दे कोल करतारपुर की धरती ते जिहड़ा अपने लागे करतारपुर आ जलंधर वाले पासे नूं जांदे आउंदा, उस करतारपुर स्वरूप आ कि सानू उस स्वरूप लिया के उहदे दर्शन करने चाहिए है। साहिब सतगुरु श्री गुरु गोबिंद सिंह पातशाह ने कुछ सिख आनंदपुर साहब की धरती तो पंथ प्रकाश दे विच ज्ञानी ज्ञान सिंह हुणां ने एक घटना लिखी है। वो कहते कुछ सिख जदों करतारपुर भेजे ते बाबे धीर मल ने एक ताना मारिया सी कि जे अपने आप नूं गुरु अर्जन देव पातशाह की थां ते मनदे है ते फिर मेरे कोलों गुरु अर्जन देव वाला स्वरूप क्यों मंगदे है। गुरु अर्जन देव पातशाह ने यह स्वरूप आप लिखवाया ते जे उस तखत दे मालिक ने ये स्वरूप आप लिखा लैण, आप स्वरूप तैयार कर ले। वो सिखा ने इन बिन यही जड़ा धीर मल दा ताना ना वो आनंदपुर साहब की धरती ते जाके ते साहिबां दे नाल साझा कर लिया। धन श्री गुरु गोबिंद सिंह पातशाह कहंदे जे धीर मल ने ये गल कह दित्ती है ना, अजे तां समा नहीं, समा आएगा ते जदों असीं भी गुरु ग्रंथ साहब दा स्वरूप लिखांगे। हुण गुरु गोबिंद सिंह पातशाह पहुंच गया दमदमा साहब। साहिब गुरु गोबिंद सिंह पातशाह ने धीर मल दे ताने करके वो जिहड़े आनंदपुर साहब वचन कहे सी ना, वो दमदमा साहब की धरती ते पूरे करन दा समा नेड़े आया समझ के यतन कीता है। धीर मल जी इस वेले संसार दे विच नहीं, ये बात चेते रखनी। 1705 दे विच स्वरूप लिखना शुरू करना है ते धीर मल 28 साल पहला 1677 दे विच चढ़ाई कर गए। ये स्वरूप लिखण तो 28 साल पहला जयपुर दे इलाके दे विच एक रणथंभोर नाम दा किला है। उस रणथंभोर नाम दे किले दे विच वड्डे वड्डे कैदी रखदा सी औरंगजेब बादशाह ते बाबे धीर मल नूं उहने कैद करके ते जयपुर दे इलाके दे विच जिहड़ा रणथंभोर नाम दा किला सी उहदे विच कैद कीता होया सी। 1677 दे विच उस किले दे विच बाबे धीर मल दी मौत हो चुकी है। स्वरूप लिखण तो 28 साल पहला साहिब श्री गुरु गोबिंद सिंह पातशाह दमदमा साहब की पवित्र पावन धरती ते स्वरूप लिखना आरंभ कर दिया। सेवा लाई गई बाबा दीप सिंह जी दी, तुसीं कागज दा प्रबंध करना है, तुसां शाही दा प्रबंध करना है, तुसां दवात दा प्रबंध करना है ते तुसीं कलमा दा प्रबंध भी करना है। ये सारा प्रबंध बाबा दीप सिंह जी नूं सौंप दिता गया। लखारी दी चोण होई है भाई साहब भाई मनी सिंह जी दी। लखारी भी तैयार है, सारिया वस्तुआं मुहैया कराउण वाले बाबा दीप सिंह जी भी तैयार ने। इस स्वरूप लिखाउण वाले धन गुरु गोबिंद सिंह पातशाह भी तैयार पर तैयार ते अस्थान भी वो आ गया दमदमा साहब जिथे स्वरूप लिखाउणा सी। हुण थोड़ा जिहा ध्यान दे नाल बेनती समझियो। स्वरूप दो सन, मैं बहुता विस्तार नहीं करना इस घटना का भी, पर थोड़ा थोड़ा इस गल नूं मैं तुहाडे नाल खोलना जरूर है
इस स्वरूप का ते धन साहिब गुरु अर्जन देव पातशाह वाले स्वरूप का फर्क की है? दोवां स्वरूपां दा पंथ दे विच बड़ा सत्कार है। दोवां स्वरूपां दे विच फर्क की है ते दोवां स्वरूपां दे विच बराबरता की है? बहुतियां तां नहीं कहियां जाणियां, पर जिन्नियां क मेरे कोलों हो सकियां मैं सीमित ते समय दे विच संखेप जे पक्ष तुहाडे नाल साझे कर देने हैं। पहली बात, श्री गुरु अर्जन देव पातशाह वाला जिहड़ा स्वरूप करतारपुर की धरती ते अज भी मौजूद है, किसी ने दर्शन कीते होण ते धनका योग है। उस स्वरूप नूं लिखाउण वाले ने धन गुरु अर्जन देव पातशाह। जिहड़ा स्वरूप हुण बाबा दीप सिंह जी कलमा घड़ के देण लगे है, जिहड़ा स्वरूप लिखिया जाण लगा, इहनूं लिखाउण वाले है धन गुरु गोबिंद सिंह पातशाह। ये पहला ही फर्क है। एक स्वरूप नूं पंजवें पातशाह ने लिखाया, इस स्वरूप नूं दसवें पातशाह लिखाउण लगे है। अगली बात, पंजवें पातशाह वाला जिहड़ा स्वरूप है वो भाई गुरदास ने लिखिया। भाई गुरदास कौन सी? गुरु अर्जन देव पातशाह का मामा। बहुतियां नूं पता होएगा, ना पता होवे ते मैं बेनती कर दियां। भाई गुरदास दे पिता सन ईसरदास ते ईसरदास ते गुरु अमरदास पातशाह सके भरा सन। पिंड बासर के तो सन साह वाला स्थान जिहड़ा पिंड बासर का ओदी बात है। इस सके भरा ने गुरु अमरदास पातशाह ते बाबा ईसरदास, गुरु अमरदास पातशाह दी पुत्री है बीबी भानी ते ईसरदास जी दा पुत्र है भाई गुरदास। ये सके भैन भरा ने, ताए दी धी है ते चाचे दा पुੱਤ है भाई गुरदास। ये भैन भरा ने ते बीबी भानी दे पुत्र ने गुरु अर्जन देव साहब पातशाह। हुण मां दा जिहड़ा भरा होवे साडा मामा लगदा है। मां बीबी भानी ते बीबी भानी दे चाचे दा पुੱਤ है भाई गुरदास, वो लगदा है गुरु अमरदास पातशाह दा मामा। पंजवें पातशाह वाला जिहड़ा स्वरूप आ वो लिखाया पणेवे ने ते लिखिया मामे भाई गुरदास जी ने। हुण दमदमा साहिब की पावन धरती ते जिहड़ा लिखण वाला लिखारी है वो है भाई साहब भाई मनी सिंह। ये भी फर्क पै गया ना लिखारी दा। उत्थे भाई गुरदास है, इधर दमदमा साहिब भाई मनी साहब का। पर मैं बेनती करा चेते जरूर रखियो, ये ना होए मैं कली कली गल समझाउण दी कोशिश करा ते बाहर जाके लंगर चेते रह जावे की बनाया है गुरु प्यारियां ने। ते जेडी कथा दी इन्नी बरीकी वो समझ दे विच ही ना पै जावे। पिछे मैं आस्ट्रेलिया गया, उत्थे एक सिख दा इतिहास सी ते ओदे विच बड़े नाम हुंदे सी। मेरा फर्ज बनदा है कि मैं उस सारे इतिहास नूं तुहाडे नाल खुल के साझा करां। वो सारी कथा दे विच बड़े नाम वरते ते एक बड़ी पढ़ी लिखी भैन उत्थे पंजाबी स्कूल दे विच आस्ट्रेलिया पढ़ाउंदी भी है। वो बाद दे विच मैनूं मिली ते कहंदी ज्ञानी जी जिन्ने नाम तुसीं बोल दिते आ, कहंदी मैं अंदाजे दे नाल कहनी आ कि 50 नामां दे करीब होणगे। जिन्नियां नूं सुणाए कहंदी चेते रहे होणगे। मैं आख्या वेखो मेरा फर्ज है सुनाने, मैं भी ते सुनाए है ना, तुहानूं मूंह च पानी मैं किहड़े वेख के सुनाए। जे मैं कल्ले ने इन्ने सुनाए आ ते तुसीं इन्ने जाने बैठे हो, तुसीं भी ते याद कर सकदे हो ना। इस करके मेरा फर्ज है सुनाना, चेते रखना वो तुहाडा फर्ज है। दोवें फर्ज पछाण के आपां अगली पक्ष ते चलीए। पंजवें पातशाह वाला जिहड़ा स्वरूप है वो लिखिया गया गुरुद्वारा श्री रामसर श्री अमृतसर साहिब की धरती, जिहदे तुसां ने बहुत वार दर्शन कीते होणगे। उत्थे पंजवें पातशाह वाला स्वरूप लिखिया गया। जिहड़ा स्वरूप दसवें पातशाह जी दा सी वो लिखिया गया गुरुद्वारा श्री लिखणसर या दमदमा साहिब की धरती ते। जिन्हां दर्शन कीते होण मैं ये भी बेनती करा कि स्थानां दे दर्शन जरूर करया करो। पिकनिक मनाउण तां जम्मू कश्मीर चले जांदे जे ते दमदमा साहिब तां लागे ही है। ये जिहड़े इतिहासिक स्थान है इन्हां दी यात्रा किते मक्के काबे वालियां थोड़ा करन आउणी आ।
ਅਸੀਂ ਸਿੱਖਾਂ ਨੇ ਕਰਨੀ ਆ, ਉਹ ਸਾਡੇ ਗੁਰੂਆਂ ਦੇ ਸਥਾਨ ਆ, ਉਹ ਅਸੀਂ ਦਰਸ਼ਨ ਕਰਨ ਵਾਸਤੇ ਉੱਥੇ ਜਾਣਾ, ਕਿਤੇ ਸਮਾਂ ਕੱਢ ਲਿਆ ਕਰੋ। ਦਮ ਦਮਾ ਸਾਹਿਬ ਦੀ ਪਵਿੱਤਰ ਪਾਵਨ ਧਰਤੀ ਤੇ ਗੁਰਦੁਆਰਾ ਲਿਖਣਸਰ ਸਾਹਿਬ ਹੈ, ਜਿੱਥੇ ਇਸ ਸਰੂਪ ਨੂੰ ਭਾਈ ਸਾਹਿਬ ਭਾਈ ਮਨੀ ਸਿੰਘ ਨੇ ਲਿਖਿਆ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਲਿਖਾਇਆ ਤੇ ਬਾਬੇ ਦੀਪ ਸਿੰਘ ਨੇ ਸਾਰੀ ਲਿਖਾਈ ਦਾ ਪ੍ਰਬੰਧ ਕੀਤਾ। ਸਰੂਪ ਲਿਖਣਾ ਸ਼ੁਰੂ ਹੋਇਆ। ਹੁਣ ਮੈਂ ਇੱਕ ਬਰਾਬਰਤਾ ਦੀ ਵੀ ਗੱਲ ਕਰਦੇ ਹਾਂ ਦੋਹਾਂ ਸਰੂਪਾਂ ਦੇ ਬਾਰੇ। ਪੰਜਵੇਂ ਪਾਤਸ਼ਾਹ ਵਾਲਾ ਜਿਹੜਾ ਸਰੂਪ ਹੈ ਉਹਦੀ ਆਰੰਭ ਵਾਲੀ ਬਾਣੀ ਜਪਜੀ ਸਾਹਿਬ ਹੈ। ਦਸਵੇਂ ਪਾਤਸ਼ਾਹ ਵਾਲਾ ਜਿਹੜਾ ਸਰੂਪ ਹੈ ਉਹਦੀ ਵੀ ਜਿਹੜੀ ਆਰੰਭ ਵਾਲੀ ਬਾਣੀ ਉਹ ਸ੍ਰੀ ਜਪਜੀ ਸਾਹਿਬ ਹੈ। ਦੋਹਾਂ ਸਰੂਪਾਂ ਦੀ ਆਰੰਭ ਵਾਲੀ ਜਿਹੜੀ ਬਾਣੀ ਉਹ ਜਪਜੀ ਸਾਹਿਬ ਹੈ। ਹੁਣ ਫਰਕ ਦੀ ਬਾਤ ਵੀ ਮੈਨੂੰ ਪਾਉਣੀ ਪੈਣੀ ਹੈ ਉਹਦੇ ਤੋਂ ਅਗਲੀ ਬਾਣੀ ਦੇ ਬਾਰੇ। ਜਿਹੜਾ ਪੰਜਵੇਂ ਪਾਤਸ਼ਾਹ ਵਾਲਾ ਸਰੂਪ ਹੈ, ਜਪਜੀ ਸਾਹਿਬ ਤੋਂ ਅੱਗੇ ਸੋਦਰ ਲਿਖਿਆ ਹੋਇਆ ਤੇ ਸੋਦਰ ਦੇ 5 ਹੀ ਸ਼ਬਦ ਲਿਖੇ ਹੋਏ ਨੇ ਉਹਦੇ ਵਿੱਚ, ਉਹ ਵੀ ਮੈਂ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਸੋਦਰ ਤੇਰਾ ਕਿਹਾ ਸੋ ਕਰ ਕਿਹਾ, ਇੱਕ ਇਹ ਸ਼ਬਦ ਹੈ। ਇੱਕ ਸ਼ਬਦ ਹੈ ਸੁਣ ਵੱਡਾ ਆਖਿਆ ਸਭ ਕੋਏ। ਤੀਜਾ ਸ਼ਬਦ ਹੈ ਆਖਾਂ ਜੀਵਨ ਵਿਸਰਿਆ ਮਰ ਜਾਉ। ਚੌਥਾ ਸ਼ਬਦ ਹੈ ਹਾਰ ਕੇ ਜਨ ਸਤਿਗੁਰ ਸਤਿਪੁਰਖਾ। ਤੇ ਪੰਜਵਾਂ ਸ਼ਬਦ ਹੈ ਕਾਹੇ ਰੇ ਮਨ ਚਿਤ ਵਿਦਮ ਜਾ ਆਹਰ ਹਰ ਖਿਓ ਭਰਿਆ। ਪੰਜਵੇਂ ਪਾਤਸ਼ਾਹ ਵਾਲੇ ਸਰੂਪ ਦੇ ਵਿੱਚ ਲੈ ਅਰਥ ਦੇ ਇਹ 5 ਹੀ ਸ਼ਬਦ ਹੈ। ਪਰ ਜਿਹੜਾ ਬਾਬਾ ਦੀਪ ਸਿੰਘ ਜੀ ਨੇ ਸਰੂਪ ਲਿਖਾਇਆ ਨਾ, ਉਹਨਾਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਹੋ ਕੇ ਮੈਂ ਬੇਨਤੀ ਕਰਨ ਲੱਗਾ, ਜਿਹੜਾ ਸਰੂਪ ਬਾਬਾ ਦੀਪ ਸਿੰਘ ਜੀ ਨੇ ਲਿਖਵਾਇਆ 10ਵੇਂ ਪਾਤਸ਼ਾਹ ਦੇ ਨਾਲ ਮਿਲ ਕੇ, ਉਹਦੇ ਵਿੱਚ 4 ਸ਼ਬਦਾਂ ਦਾ ਹੋਰ ਵਾਧਾ ਹੋਇਆ ਹੈ। ਉਸ ਪੀੜ ਦੇ ਵਿੱਚ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ, ਤੂੰ ਕਰਤਾ ਸਚਿਆਰ ਨੰਦਾ ਸਹੀ, ਤਿਤ ਸਰ ਵਰਣੈ ਭਈ ਲੈ ਨਵਾਸਾ। ਤੇ ਭਈ ਪ੍ਰਾਪਤ ਮਾਨੁਖ ਤੇ ਹੋਈ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ 9 ਸ਼ਬਦ ਉਸ ਸਰੂਪ ਦੇ ਵਿੱਚ ਲਿਖੇ ਗਏ, ਜਿਹੜੇ ਅੱਜ ਵੀ ਅਸੀਂ ਸੋਦਰ ਦੇ ਵਿੱਚ ਪੜ੍ਹਦੇ ਹਾਂ। ਇਹ ਧੰਨ ਸਾਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਮੌਜ ਹੈ ਕਿ ਉਹਨਾਂ ਨੇ 5 ਸ਼ਬਦਾਂ ਤੋਂ ਵਧਾ ਕੇ ਤੇ ਸੋਦਰ ਦੇ ਅੱਗੇ ਹੋਰ 4 ਸ਼ਬਦ ਅੰਕਿਤ ਕਰਕੇ ਤੇ 9 ਦਾ ਜੋੜ ਬਣਾਇਆ। 5 ਦਾ ਜੋੜ ਵੱਖਰਾ ਜੇ ਤੇ 9 ਦੇ ਵਿੱਚ 4 ਸ਼ਬਦਾਂ ਦਾ ਜੋੜ ਵੱਖਰਾ ਜੇ। ਕਦੇ ਵੀ ਬਰੀਕੀ ਦੇ ਨਾਲ ਇਹ ਅੰਕ ਤੁਸੀਂ ਚੈੱਕ ਕਰ ਸਕਦੇ ਹੋ। ਇਹਦੇ ਤੋਂ ਅੱਗੇ ਫਿਰ ਬਰਾਬਰਤਾ ਦੀ ਗੱਲ ਆ ਗਈ। ਸੋਲ੍ਹਾ ਸਾਹਿਬ ਦੇ 5 ਸ਼ਬਦ ਦੋਹਾਂ ਸਰੂਪਾਂ ਦੇ ਵਿੱਚ ਲਿਖੇ ਗਏ ਨੇ। ਜੈ ਕਰ ਕੀਰਤ ਆਖੀ ਹੈ ਕਰਤੇ ਕਾ ਹੋਏ ਵਿਚਾਰੋ। ਸ਼ੇ ਕਰ ਸ਼ੇ ਗੁਰ ਸ਼ੇ ਉਪਦੇਸ਼, ਗਗਨ ਮੈਂ ਥਾਲ ਰਬ ਚੰਦ ਦੀਪਕ ਬਨੇ, ਕਾਮ ਕ੍ਰੋਧ ਨਗਰ ਬਹੁ ਭਰਿਆ, ਕਰੋ ਬੇਨਤੀ ਸੁਣੋ ਮੇਰੇ ਪਿਤਾ। ਇਹ 5 ਸ਼ਬਦ ਸੋਲ੍ਹਾ ਸਾਹਿਬ ਦੇ ਦੋਹਾਂ ਸਰੂਪਾਂ ਦੇ ਵਿੱਚ ਲਿਖੇ ਗਏ। ਇਹਦੇ ਤੋਂ ਅੱਗੇ ਦੋਹਾਂ ਸਰੂਪਾਂ ਦੇ ਵਿੱਚ ਸ੍ਰੀ ਰਾਗ ਆਰੰਭ ਹੁੰਦਾ ਹੈ। ਸ੍ਰੀ ਰਾਗ ਤੋਂ ਬਾਣੀ ਆਰੰਭ ਹੁੰਦੀ ਹੈ। ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਵਾਲਾ ਤੇ ਦਮ ਦਮਾ ਸਾਹਿਬ ਵਾਲਾ ਜਿਹੜਾ ਸਰੂਪ ਹੈ, ਮੈਂ ਉਹਦਾ ਅਗਲਾ ਫਰਕ ਤੁਹਾਡੇ ਨਾਲ ਸਾਂਝਾ ਕਰਾਂ। ਪੰਜਵੇਂ ਪਾਤਸ਼ਾਹ ਵਾਲੇ ਸਰੂਪ ਦੇ ਵਿੱਚ 5 ਗੁਰੂਆਂ ਦੀ ਬਾਣੀ ਹੈ, ਪਹਿਲੇ ਪਾਤਸ਼ਾਹ ਤੋਂ ਲੈ ਕੇ ਤੇ 5ਵੇਂ ਪਾਤਸ਼ਾਹ ਤੱਕ। ਹੁਣ ਦਮ ਦਮਾ ਸਾਹਿਬ ਵਾਲੀ ਜਿਹੜੀ ਬੀੜ ਬਾਬਾ ਦੀਪ ਸਿੰਘ ਜੀ ਨੇ ਲਿਖਵਾਈ ਹੈ, ਉਹਦੇ ਵਿੱਚ 8 ਗੁਰੂਆਂ ਦੀ ਬਾਣੀ ਹੈ। ਉਹਦੇ ਵਿੱਚ 5 ਗੁਰੂਆਂ ਦੀ, ਇਹਦੇ ਵਿੱਚ 8 ਗੁਰੂਆਂ ਦੀ ਬਾਣੀ ਹੈ। ਤੇ ਮੈਂ ਉਹ ਵੀ ਥੋੜਾ ਜਿਹਾ ਸਪਸ਼ਟ ਕਰ ਦਿਆਂ ਕਿ 8 ਦੀ ਬਣਦੀ ਕਿਵੇਂ ਹੈ। 5 ਤੇ ਪਹਿਲੇ ਹੋ ਹੀ ਗਏ। 6ਵੇਂ ਪਾਤਸ਼ਾਹ ਨੇ 9 ਵਾਰਾਂ ਦੀਆਂ ਧੁਨਾਂ ਚੜਾਈਆਂ ਨੇ। 22 ਵਾਰਾਂ ਦੇ ਵਿੱਚੋਂ 9 ਵਾਰਾਂ ਦੀਆਂ ਪੜ੍ਹਦੇ ਹਨ। ਆਸਾ ਮਹਲਾ ਪਹਿਲਾ ਵਾਰ ਸ਼ਲੋਕਾਂ ਨਾਲ ਸ਼ਲੋਕ ਪੀ ਮਹੱਲੇ ਪਹਿਲੇ ਕੇ ਲਿਖੇ ਟੁੰਡਾ ਅਸ ਰਾਜਾ ਕੀ ਧੁਨੀ। ਕੋਈ ਟੁੰਡਾ ਅਸ ਰਾਜਾ ਕੀ ਧੁਨੀ ਹੈ ਨਾ, ਉਹ 6ਵੇਂ ਪਾਤਸ਼ਾਹ ਨੇ ਚੜਾਈ। ਇਸ ਕਰਕੇ ਦਮ ਦਮਾ ਸਾਹਿਬ ਵਾਲੀ ਬੀੜ ਦੇ ਵਿੱਚ ਇਹ 6ਵੇਂ ਪਾਤਸ਼ਾਹ ਦੀਆਂ ਧੁਨਾਂ ਅੰਕਿਤ ਹੋ ਗਈਆਂ। 9ਵੇਂ ਪਾਤਸ਼ਾਹ ਦੀ ਬਾਣੀ 5ਵੇਂ ਸਰੂਪ ਵਿੱਚ ਨਹੀਂ ਹੈਗੀ।
नावें पातशाह की जिहड़ी बाणी है वो भी धन गुरु गोबिंद सिंह पातशाह ने इस रूप दे विच लिखाई है ते संप्रदायां ये मनदियां ने कि 10वें पातशाह का एक दोहरा उचारिया बल होआ बंधन छुटे सब किछ होत उपाए नानक सब किछ तुमरा हाथ में तुम्हें होत ये 10वें पातशाह का दोहरा 6वें पातशाह दियां तो ना 9वें पातशाह की महान रचना ते 10वें पातशाह का दोहरा मिला के ते ये 8 गुरुआं की बाणी बनती है। ये वीर लाइव चला रहे हैं चैनलों ते देशां विदेशां दे विच तुहाडे पिंड दा नाम पहुंचा देना इन्हां ने ते देशां विदेशां दे विच मैं इक्के पक्ष की गल ना करा कुछ विद्वान 6 गुरुआं की बाणी मनदे हैं। वो कहंदे जड़ियां धुनां ने वो 5वें पातशाह ने चढ़ाईयां ने ते जेड़ा दोहरा वा ये गुरु तेग बहादुर पातशाह ने उच्चारण कीता उन्हां दे मुताबिक पहले 5 ते 9वें पातशाह 6 गुरुआं दी बाणी संप्रदायां दे मुताबिक धुनां 6वें पातशाह दियां दोहरा 10वें पातशाह दा 9वें पातशाह दी रचना मिला के 8 गुरुआं दी बाणी बन गई। बराबरता की बात यह है कि 5वें पातशाह वाले स्वरूप विच भी 4 सिखां दी बाणी है ते धन साहिब गुरु गोबिंद सिंह पातशाह वाले स्वरूप दे विच भी 4 सिखां दी बाणी है। कईयां नूं नहीं पता होना अजे तक भी मैं बेनती करदे हां क्योंकि भाई साहब ना दस्से सदे नूं तां कि जिन्हां नूं नहीं पता उन्हां नूं दस दईए कि गुरु ग्रंथ साहिब पातशाह दे विच 4 सिखां दी बाणी है जिन्हां दे विचों एक दा नाम है भाई मरदाना जी, एक ने धन श्री गुरु अमरदास पातशाह जी दे पड़पोते गुरु अमरदास पातशाह दे 2 पुੱਤ सन बाबा मोहन ते बाबा मोहरी। बाबा मोहरी जी दे अगे 3 पुੱਤ सन उन्हां तिन्हां दे विचों एक दा नाम सी आनंद ते आनंद दा पुੱਤਰ सी बाबा सुंदर जिन्हें रामकली साध उच्चारण किया ते 2 भरा ने बाबा सत्ता ते बाबा बलवंडा जिन्हां ने रामकली की तीजी बार उच्चारण की है। ये 4 सिखां दी बाणी है दोवां स्वरूपां दे विच। इस तरह दे नाल बराबरता की बात यह है कि 15 भगतां दी दोवां स्वरूपां दे विच बाणी है। मैं नाम ही उन्हां दे कथन करदे हां सदना विचार के कबीर रविदास सैन टिकन तर लोचन निहारिए जय देव सो ख्याल धना भगत बसाल नाम देव ओ फरीद राम आनंद जो निहारिए मन कीनु है पतंग प्रेणी भगत ओ तंग सूरदास का प्रसंग सब जगत उजारिए पीपा राज त्याग परमानंद जगे भाग हरि पूरन में राग गुरु ग्रंथ में लखारिए। ये 15 भगत साहिब श्री गुरु ग्रंथ साहिब पातशाह दे लखारी दे 2 स्वरूपां दे विच। अगला पक्ष 17 भट्टां दी बाणी 2 स्वरूपां दे विच अंकित होई है। इत्थे भी कालजी विद्वान 11 कहंदे है ते संप्रदायां दी रवायत है कि 17 भट्टां दी बाणी 2 स्वरूपां दे विच अंकित है। ये बराबरता है। फर्क वाली बात फिर आ गई कि श्री राग तो दोवें आरंभ हुए सी पर समाप्ति दोवां दी जाके प्रभाती राग ते नहीं हुई। 5वें पातशाह वाला जेड़ा स्वरूप है ओदे विच 30 राग ने जेड़ा धन गुरु गोबिंद सिंह पातशाह जी ने लिखाया वा ओदे विच 31 राग ने। श्री राग माझ गौरी आसा संग भई बौरी गुजरी गंधारी ते बहागड़ा सुहायो है वडहंस सोरठ तनासरी ते जैसरी टोडी ते बैराड़ी और तलंग सूरी छायो है बलावल ते गोंड राम कली नट माली गौड़ा मारू ते तुखारी और केदार पैरो पायो है बसंत सारग मलार कानड़ा कल्याण प्रभाती विपास ते जय जयवंती गुण लायो है। ਇਹਦੇ ਵਿੱਚ ਜੈ ਜੈ ਬੰਤੀ ਜਿਹੜਾ 9ਵੇਂ ਪਾਤਸ਼ਾਹ ਦਾ ਰਾਗ ਉਹ ਵੱਧ ਹੈ। 5ਵੇਂ ਪਾਤਸ਼ਾਹ ਵਾਲੇ ਸਰੂਪ ਦੇ ਵਿੱਚ 30 ਰਾਗ ਨੇ ਇਹਦੇ ਵਿੱਚ ਜੈ ਜੈ ਬੰਤੀ ਮਿਲਾ ਕੇ 31 ਰਾਗ ਹੈ। ਜਿਹੜੀ ਸਮਾਪਤੀ ਇਹ ਦੋਵਾਂ ਸਰੂਪਾਂ ਦੀ ਰਾਗ ਮਾਲਾ ਤੇ ਜਾ ਕੇ
हुई है। गुरदास पातशाही दसवीं ने बड़े कमाल के बोल इत्थे लिखे है, कहते राग माला पढ़ पावे भोग, राग माला को पढ़ छिन्न में पाप जाए ताके सड़। कहते जेड़े राग माला पढ़ के खंड पाठ दा भोग पाउंदे आ, जिंदगी दे सारे पाप ही सड़ जाते हैं। बोले सो निहाल सत कहते सिखा तो खंड पाठ का जदों भी भोग पाउना राग माला पढ़ के पाउना। पावे भोग राग माला को पढ़ छिन्न में पाप जाए ताकि सड़। तेरी जिंदगी का तमाम पाप खत्म हो जाएंगे जदों राग माला का भोग पाता ना, तेरे पापा का राग माला नहीं भोग पाता है। ये तो अगे प्रकाश की बात चली, जदों स्वरूप तैयार हो गया, वो फिर दोवां स्थानां दा फर्क है। पंजवें पातशाह वाला जिहड़ा स्वरूप है, उसका पहला प्रकाश श्री हरमंदिर साहिब की धरती ते होया। जिहड़ा 10वें पातशाह वाला स्वरूप है, बाबा दीप सिंह भाई मनी सिंह ने लिखाया, उसका पहला प्रकाश गुरुद्वारा लेखनसार साहिब होया। अगला फिर फर्क पै गया। ਉਹਦੇ ਜਿਹੜੇ ਪਹਿਲੇ ਗ੍ਰੰਥੀ ਹੈ ਉਹਨਾਂ ਦਾ ਨਾਮ ਹੈ ਬਾਬਾ ਬੁੱਢਾ ਜੀ। इधर ਜਿਹੜੇ ਗ੍ਰੰਥੀ ਹੈ ਇਹ ਵਿਦਵਾਨਾਂ ਨੇ ਵੱਖ-ਵੱਖ ਲਿਖਿਆ, ਕਿਸੇ ਨੇ ਬਾਬਾ ਦੀਪ ਸਿੰਘ ਲਿਖਿਆ ਤੇ ਕਿਸੇ ਨੇ ਭਾਈ ਮਨੀ ਸਿੰਘ ਲਿਖਿਆ। ਬਹੁਤਾਤ ਬਾਬਾ ਦੀਪ ਸਿੰਘ ਦੇ ਵੱਲ ਇਸ਼ਾਰਾ ਹੈ ਕਿ ਉਹਨਾਂ ਨੇ ਪਹਿਲਾ ਹੁਕਮਨਾਮਾ ਲਿਆ। ਮੈਂ ਹੁਕਮਨਾਮੇ ਵੀ ਸਾਂਝੇ ਕਰਦੇ ਹਾਂ, ਦੋਵਾਂ ਦੇ ਵੱਖਰੇ ਵੱਖਰੇ ਨੇ। पंजवें पातशाह ने जदों पहला प्रकाश करके बाबे बुढ़े नूं ग्रंथी ला के पहली बार गुरु ग्रंथ साहिब पातशाह दा प्रकाश किया ते उस वेले धन गुरु ग्रंथ साहिब पातशाह ने फिर बख्शिश कीती सी। संतां के कारज आप खलोया, हर काम करावन आया राम। धरत सुहावी आद सुहावा विच अमृत जल छाया राम। अमृत जल छाया पूर्ण साध कराया, सगल मनोरथ पूरे। जय जयकार भया जग अंतर नाथे सगल सूरे। पूर्ण पुरख अच्युत अविनाशी जस वेद पुराणी गाया। ये वो पावन हुक्मनामा है जेड़ा धन गुरु अर्जन देव पातशाह वाले स्वरूप दे विचों पहली बार लिया गया, जिहदे जन्म दिहाड़े नूं आपां समर्पित होके बैठे हां। इन्हां ने जिहड़ा स्वरूप लिखाया, ਉਹਦਾ ਪਹਿਲਾ ਜਿਹੜਾ ਹੁਕਮਨਾਮਾ ਉਹ ਟੋਡੀ ਰਾਗ ਦੇ ਵਿੱਚੋਂ ਆਇਆ। ਟੋਡੀ ਮਹੱਲਾ ਪੰਜਵਾਂ। ਸਤਿਗੁਰ ਆਇਓ ਸਰਣ ਤੁਹਾਰੀ, ਮਿਲੇ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ। ਅਵਰ ਨ ਸੂਝੈ ਦੂਜੀ ਠਾਰ, ਹਾਰ ਪਰਿਓ ਤੋ ਦਵਾਰੀ। ਲੇਖਾ ਛੋੜ ਅਲੇਖਾ ਛੁਟਿਆ ਮੰਦਰ ਕੋ ਲੇਖੋ ਕੋ ਬਾੜੀ। ਸਤ ਬਖਸ਼ਿੰਦ ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ। नानक दास संत पाछा कयो रात लेहो रख ला इस वाली दे विच। ये हुक्मनामा लिखण सार वाले स्थान ते जेड़ा स्वरूप बाबा दीप सिंह जी ने लिखाया, ओदा पहला हुक्मनामा की आया। साहिब सतगुरु श्री गुरु गोबिंद सिंह पातशाह जी ने इन्हां महान सिखां दे कोलों ये स्वरूप लिखण दी सेवा लई। जदों स्वरूप लिखिया गया, कुछ कलमां बच गईयां, कुछ शाही बच गई। साहिब श्री गुरु गोबिंद सिंह पातशाह एक दिन सरोवर दे किनारे बैठे हुए है। कुछ कलमां अपने हत्थां दे नाल घड़ के ते उस सरोवर दे विच पाई जांदे ने। जदों सरोवर के विच पाई जाते थे, इन्ने समय नूं भाई डल्ला आ गया। भाई डल्ले ने आके बेनती की कि धन साहिब श्री गुरु गोबिंद सिंह पातशाह लिखाई का काम संपूर्ण हो गया, आ सरोवर के विच तुसीं कलमां घड़ के क्यों पाई जांदे हो? ते धन गुरु गोबिंद सिंह पातशाह ने बड़े बख्शिश भरे बोल कहे है। जिहड़ी दो स्वरूपां दी इकट्ठी गल सी, वो मैं हुण इत्थों खत्म करके अगे बाबा दीप सिंह दा जिहड़ा इतिहास 10वें पातशाह दे नाल की धरती ते संबंधित वही कहना। साहिब श्री गुरु गोबिंद सिंह पातशाह कहते डलिया,
ये ਜਿਹੜੇ ਸਥਾਨ ਤੇ ਸਰੂਪ ਲਿਖ ਕੇ ਚੱਲੇ ਆ ਨਾ, ਇਹਨੂੰ ਕੱਲਾ ਮਾਲਵਾ ਨਹੀਂ ਪੁੱਜੇਗਾ, ਇੱਥੇ ਮਾਝੇ ਵਾਲੇ ਵੀ ਆਉਣੇ ਆ, ਇੱਥੇ ਦੁਆਬੇ ਵਾਲੇ ਵੀ ਆਉਣੇ ਆ, ਇੱਥੇ ਦੁਨੀਆ ਦੇ ਕੋਨੇ ਕੋਨੇ ਤੋਂ ਲੋਕ ਆਉਣੇ ਆ, ਜਿਨ੍ਹਾਂ ਨੇ ਸਿਰਫ ਇਸ ਖਾਤਰ ਹੀ ਦਰਸ਼ਨ ਕਰਨੇ ਆ ਕਿ ਉਹ ਕਿਹੜਾ ਸਥਾਨ ਹੈ ਜਿੱਥੇ ਸਰੂਪ ਲਿਖਿਆ ਗਿਆ, ਜਿਸ ਸਰੂਪ ਨੂੰ ਸਾਰੀ ਸਿੱਖ ਕੌਮ ਝੁਕਦੀ ਹੈ, ਉਸ ਸਥਾਨ ਦੇ ਦਰਸ਼ਨ ਕਰਨ ਆਉਣਾ ਸਿੱਖਾਂਗੇ। ਸਾਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਮੈਂ ਨਿਸ਼ਾਨੀ ਰੱਖ ਚਲਿਆ, ਜਿਹੜੇ ਸਥਾਨ ਤੇ ਸਰੂਪ ਲਿਖਿਆ ਉਹਦਾ ਨਾਮ ਹੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਗੁਰਦੁਆਰਾ ਲਿਖਣ ਸਰ ਰੱਖਿਆ। ਸਿੱਖੋ ਖਿਆਲ ਮਾਰਿਓ, ਜਿਹੜੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਅਸੀਂ ਹਜ਼ੂਰੀ ਦੇ ਵਿੱਚ ਬੈਠੇ ਆ ਨਾ, ਅਸੀਂ ਕਹਿੰਦੇ ਹਾਂ ਗੁਰੂ ਨਾਨਕ ਦੇਵ ਪਾਤਸ਼ਾਹ ਤੇਰਾ ਜਿੱਥੇ ਅਵਤਾਰ ਹੋਇਆ ਅਸੀਂ ਉੱਥੇ ਦਰਸ਼ਨ ਕਰਨ ਜਾਣਾ ਨਨਕਾਣੇ। ਅਸੀਂ ਕਹਿੰਦੇ ਹਾਂ ਬਾਜਾਂ ਵਾਲਿਆ ਜਿੱਥੇ ਤੂੰ ਅਵਤਾਰ ਧਾਰਿਆ ਸੀ ਨਾ ਪਟਨੇ ਦੀ ਧਰਤੀ ਤੇ, ਅਸੀਂ ਖਰਚਾ ਖਰਚ ਕੇ ਉਸ ਧਰਤੀ ਦੇ ਦਰਸ਼ਨ ਕਰਨੇ ਆ ਜਿੱਥੇ ਤੇਰਾ ਅਵਤਾਰ ਹੋਇਆ। ਮੈਂ ਕਹਿੰਦਾ ਜੁਗ ਜੁਗ ਜਾਓ, ਜ਼ਰੂਰ ਜਾਓ, ਪਰ ਜਿਹੜੇ ਗੁਰੂ ਦੀ ਗੋਦ ਵਿੱਚ ਬੈਠੇ ਆ ਨਾ, ਜਿਹਦੇ ਲੜ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਲਾ ਕੇ ਗਏ ਆ, ਲਿਖਣ ਸਰ ਜਿੱਥੇ ਸੰਪਾਦਨਾ ਹੋਈ ਹੈ, ਜਿੱਥੇ ਇਸ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਅਵਤਾਰ ਹੋਇਆ, ਉਹ ਦਮ ਦਮਨ ਨਾ ਭੁੱਲਿਓ। ਉਸ ਦਮ ਦਮਨ ਸਾਹਿਬ ਦੀ ਪਾਵਨ ਧਰਤੀ ਤੇ ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਸੰਪਾਦਨਾ ਹੋਈ ਹੈ, ਇਹ ਮਿਲੀ ਮਨੁੱਖਾ ਜਨਮ ਦੀ ਵਾਰੀ ਦੇ ਵਿੱਚ ਉੱਥੇ ਵੀ ਮੱਥਾ ਟੇਕਦੇ ਆ। ਜਿਹਨੂੰ ਵਰ ਬਖਸ਼ਿਆ ਮੇਰੇ ਪਾਤਸ਼ਾਹ ਨੇ, ਕਹਿੰਦੇ ਡਲਿਆ ਦਰਸ਼ਨ ਕਰਨ ਆਉਣਾ, ਤੇ ਸਾਰੇ ਸਿਆਣੇ ਨਹੀਂ ਹੋਣੇ, ਕਈ ਵਿੱਚ ਅਣਜਾਣ ਵੀ ਹੋਣੇ ਆ। ਕਹਿੰਦੇ ਮੈਂ ਜਿਹੜੀਆਂ ਕਲਮਾਂ ਇਸ ਸਰੋਵਰ ਦੇ ਵਿੱਚ ਸੁੱਟ ਚੱਲਿਆ ਨਾ, ਇਹ ਕਲਮਾਂ ਦੇ ਨਾਲ ਉਹ ਸਿੱਖ ਲਿਖਿਆ ਕਰਨਗੇ। ਜਿਹੜੀਆਂ ਮੈਂ ਕਲਮਾਂ ਇੱਥੇ ਸੁੱਟ ਚੱਲਿਆ, ਇਹਨਾਂ ਕਲਮਾਂ ਦੇ ਨਾਲ ਉਹ ਸਿੱਖ ਲਿਖਿਆ ਕਰਨਗੇ। ਤੇ ਤਿੰਨ ਕੇ ਕਾਰਨ ਕਲਮ ਘੜ, ਦੇਤ ਪ੍ਰਗਟ ਹਮ ਡਾਰ, ਸਿੱਖ ਸਖਾ ਇਤ ਪੜ੍ਹਨਗੇ ਹਮਰੇ ਕਈ ਹਜ਼ਾਰ। ਹਜ਼ਾਰਾਂ ਮੇਰੇ ਸਿੱਖ ਆ ਕੇ ਇੱਥੇ ਪੜ੍ਹਨਗੇ ਤੇ ਜਿਨ੍ਹਾਂ ਨੂੰ ਵਿਦਿਆ ਦੀ ਪ੍ਰਾਪਤੀ ਹੋਵੇਗੀ। ਜਿਹੜੇ ਮੁਖੀ ਦਾ ਅਸੀਂ ਅੱਜ ਦਿਹਾੜਾ ਮਨਾ ਰਹੇ ਹਾਂ, ਗੁਰੂ ਨੇ ਬੜੀ ਕਿਰਪਾ ਕੀਤੀ, ਤਰਸ ਕੀਤਾ ਹੈ ਜੇ ਸਿੱਖ ਪਰਿਵਾਰ ਦੇ ਵਿੱਚ ਮੈਨੂੰ ਜਨਮ ਦਿੱਤਾ ਤੇ ਉਸ ਦਮ ਦਮਿੰਟ ਟਕਸਾਲ ਦੇ ਵਿਦਿਆਰਥੀ ਬਣਨ ਦਾ ਵੀ ਸੁਭਾਗ ਬਖਸ਼ਿਸ਼ ਕੀਤਾ ਹੈ। ਸਨ 2000 ਤੋਂ ਲੈ ਕੇ 2005 ਤੱਕ 5 ਸਾਲ ਮੈਂ ਦਮ ਦਮਿੰਟ ਟਕਸਾਲ ਮਹਿਤੇ ਰਹਿ ਕੇ ਤੇ ਵਿਦਿਆ ਪ੍ਰਾਪਤ ਕੀਤੀ ਹੈ। ਤੇ ਟਕਸਾਲ ਇੱਕ ਉਹ ਹਸਤੀ ਹੈ ਜਿਹਦੇ ਬਾਰੇ ਸ਼ਬਦ ਵਰਤੇ ਜਾਂਦੇ ਆ, ਘੜੀ ਹੈ ਸ਼ਬਦ ਸੱਚੀ ਟਕਸਾਲ। ਮੈਂ ਇਹ ਬਚਨ ਤਾਂ ਤੁਹਾਡੇ ਨਾਲ ਸਾਂਝਾ ਕਰਨ ਲੱਗਾ ਹੈ। 2007 ਤੋਂ ਮੇਰੀ ਵਿਦੇਸ਼ਾਂ ਦੀ ਯਾਤਰਾ ਸ਼ੁਰੂ ਹੋਈ, ਵਿਦੇਸ਼ਾਂ ਦੇ ਵਿੱਚ ਵਿਚਰਨਾ। ਬਹੁਤ ਕੁਝ ਮੈਨੂੰ ਟਕਸਾਲ ਦੇ ਵਿੱਚੋਂ ਮਿਲਿਆ ਤੇ ਬਹੁਤ ਕੁਝ ਮੈਨੂੰ ਵਿਦੇਸ਼ਾਂ ਦੇ ਵਿੱਚੋਂ ਉਹਨਾਂ ਪਰਿਵਾਰਾਂ ਦੇ ਵਿੱਚੋਂ ਮਿਲਿਆ ਜਿਹੜੇ ਪਰਿਵਾਰ ਇਸ ਗੁਰੂ ਨੂੰ ਸਮਰਪਿਤ ਹੋ ਕੇ ਜੁੜੇ ਸੀ। ਤੇ ਉਹਨਾਂ ਸਿੱਖ ਪਰਿਵਾਰਾਂ ਦੇ ਵਿੱਚੋਂ ਇੱਕ ਪਰਿਵਾਰ ਇਟਲੀ ਦੇ ਵਿੱਚ ਰਹਿੰਦਾ, ਹੁਣ ਉਹ ਇੰਗਲੈਂਡ ਚਲੇ ਗਏ ਆ। ਉਸ ਪਰਿਵਾਰ ਦੇ ਵਿੱਚੋਂ ਮੈਨੂੰ ਇੱਕ ਇਹ ਵੀ ਗੁਣ ਮਿਲਿਆ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਤਾਂ ਕਰਕੇ ਚੱਲਿਆ ਕਿ ਮੇਰੇ ਵੀ ਕੰਮ ਆਇਆ, ਉਹ ਤੁਹਾਡੇ ਵੀ ਕੰਮ ਆਵੇ। ਉਹ ਵਿਦੇਸ਼ਾਂ ਦੇ ਵਿੱਚ ਰਹਿੰਦੇ ਸੀ, ਉਹਨਾਂ ਦੇ ਘਰ ਪੁੱਤਰ ਹੋਇਆ। ਉਹਨਾਂ ਨੇ ਇਤਿਹਾਸ ਸੁਣਿਆ ਹੋਇਆ ਸੀ, ਬਾਹਰ ਬਹੁਤ ਨਿੱਠਾ ਦੇ ਨਾਲ ਸਿੱਖ ਇਤਿਹਾਸ ਸੁਣਦੇ ਆ, ਕਥਾ ਸੁਣਦੇ ਆ, ਇਸ ਕਰਕੇ ਉਹਨਾਂ ਨੂੰ ਇਤਿਹਾਸ ਦੀ ਨੌਲੇਜ ਬਹੁਤ ਹੁੰਦੀ ਹੈ ਤੇ ਉਹ ਚੇਤੇ ਰੱਖ ਕੇ ਅਮਲੀ ਜੀਵਨ ਦੇ ਵਿੱਚ ਘੁਮਾਉਂਦੇ ਆ। ਉਹਨਾਂ ਨੇ ਕਿਸੇ ਗੁਰਮੁਖ ਦੇ ਕੋਲੋਂ ਇਹ ਇਤਿਹਾਸ ਸੁਣਿਆ ਸੀ ਕਿ ਜਿੱਥੇ ਲਿਖਣ ਸਾਰ ਸਥਾਨ ਆ, ਉੱਥੇ 10ਵੇਂ ਪਾਤਸ਼ਾਹ ਨੇ ਬਖਸ਼ਿਸ਼ ਦੇ ਬਚਨ ਕਹੇ ਆ। ਤੇ ਇਹ ਬਚਨ ਆਖੇ ਸੀ ਕਿ ਜਿਹੜੇ ਇੱਥੇ ਆ ਕੇ ਵਿਦਿਆ ਪੜ੍ਹਨਗੇ ਉਹਨਾਂ ਨੂੰ ਬੜਾ ਗਿਆਨ ਪ੍ਰਾਪਤ ਹੋਏਗਾ। ਉਹ ਕਹਿੰਦੇ ਜਦੋਂ ਅਸੀਂ ਭਚੰਗੀ ਨੂੰ ਸਕੂਲ ਪਾਉਣਾ ਸੀ ਨਾ, ਅਸੀਂ ਇੰਡੀਆ ਗਏ ਤੇ ਵਿਸ਼ੇਸ਼ ਤੌਰ ਤੇ ਕਹਿੰਦੇ ਅਸੀਂ ਦਮਦਮਾ ਸਾਹਿਬ ਗਏ ਕਿ ਆਪਣੇ ਪੁੱਤਰ ਨੂੰ ਵਿਦਿਆ ਸਿਖਾਉਣ ਤੋਂ ਪਹਿਲਾਂ ਜਿਹੜੀ ਗੁਰੂ ਦੀ ਬਖਸ਼ਿਸ਼ ਆ ਉਹ ਦਿਵਾਉਣੀ ਆ।
दम दमा साहब की धरती ते अज भी चले जाओ तो 35 लिखाई जाती है बच्चों को, मावां हाथ फड़ के लिखाउंदियां ने। वो 35 अज भी लिखाई जाती है। उन्होंने अपने पुत्र नूं आप 35 हाथ फड़ के ते 35 अखर ऊड़े एड़े दे उत्ते लिखा दिते। उस ऊड़े एड़े नूं लिखाउण दा फल ये होया कि वो विदेशां दी धरती ते रह के भी इस 35 दे नाल जुड़िया होया। साहिब गुरु गोबिंद सिंह पातशाह दी बख्शिश अज भी जेड़े इस इतिहास के स्रोते हैं वो अपने बच्चे नूं चंगे स्कूल कॉलेज विच पाउण तो पहला उस कॉलेज दे विच लैके जांदे आ जिहड़ा 10वें पातशाह दा कॉलेज है। जिहड़े स्थान ते साहिब गुरु गोबिंद सिंह पातशाह ने वार बख्शिश कीता सी ना कि इत्थे मूर्ख भी आके पढ़िया ते विद्वान बनेगा, उस स्थान ते जाके अपने बच्चों को ते फिर स्कूल एडमिशन कराया करो, फिर विद्या दे विच सफलता मिलनी है। नहीं तो मारी जाओ मथे, पढ़ाई जाओ ट्यूशना। जिन्हें बच्चों के कोल 10वें पातशाह की बख्शिश नहीं है, कोई उन्होंने नहीं पढ़ा सकता। साहिब श्री गुरु गोबिंद सिंह पातशाह का ये महान स्थान दम दमा साहब की धरती ते जदों ये वर दिता ते बाबा दीप सिंह कोल ने एक बार इस स्थान में होर दिता, उदों ही बाबा दीप सिंह कोल ने जिथे दम दमा साहब बनया होया, इस स्थान ते गुरु गोबिंद सिंह पातशाह बैठे हुए आ। सहज सभा चौथी प्रीतम ने जिहड़ी कांशी सी ना बड़ी दूर जिथे पंडित विद्वान पढ़न वास्ते जाते सी, वो कांशी दे वाल सुरती चली गई ते धन गुरु गोबिंद सिंह पातशाह ने ख्याल बनाया, गुरु क्या प्यारिया इथे धक्के खांदा रहेगा कांशी जाके, क्यों ना होए जे मैं लाहौर आनंदपुर की धरती ते बना दिता ते मैं हिंदुस्तान की जिहड़ी कांशी आ वो तेनों दम दमे बना देना। धन गुरु गोबिंद सिंह पातशाह जी ने दम दमा साहब की धरती ते बैठ के फिर बचन कहे सी, सतगुर बैठ सो दम दमे लिखन घर सुट दे, हमारी कांची जह भई आए मूर्ख इहां पढ़े। कहंदे उस कांसी दे विच जाके ओही पढ़ सकदा वा जेड़ा पढ़न दी नॉलेज रखदा। कहंदे जेड़ा गुरु तेग बहादुर दे पुत्र ने कांसी तीर्थ रख दिता, इथे मूर्खां तो मूर्ख आके भी विद्वान बनेगा। ये दम दमा साहब की पावन धरती ते कांसी दा तीर्थ रखिया, साडी बदकिस्मती असीं उत्थे ना जाइए। गुरु ने ते साडा बड़ा सुखैन काम कीता कि तेनू उस कांसी जान की लोड़ नहीं है, तू ऐस कांसी दे जाके दर्शन कर लिया। जदों लिखण सर नूं वर दिता बाबा दीप सिंह लाल ने, जदों कांसी दा वर बख्शिश कीता ते उस वेले भी बाबा दीप सिंह लाल ने धन गुरु गोबिंद सिंह पातशाह ने इन्नी की जदों कारगुजारी बसर कर ली। मैं चाहना दम दमा साहब तो अगे नहीं जाया जाना, ते जाया भी गया तो मैं चलिया जावांगा, पर कोशिश करदा कि जिन्ना क दम दमा साहब की धरती ते बाबा दीप सिंह का इतिहास है मैं वो जरूर तुहाडे नाल साझा कर लवां पूरा। साहिब श्री गुरु गोबिंद सिंह पातशाह ने जदों स्वरूप लिखिया गया, लिखण सर नाम रखिया गया, गुरु की कांसी का वार हो गया ते धन गुरु गोबिंद सिंह पातशाह का ख्याल उन्हां दे वल चलिया गया। साडा ते आ 5 दिनां दा इतवार है ना, कईयां ने 3 दिन आना, कईयां ने 2 दिन आना, कईयां ने 1 दिन आना, ते कई एडे भी बहादुर है कि साडे पिंड दे उन्हां पंजां च 1 दिन भी नहीं आना। जदों स्वरूप लिखिया ते धन साहिब श्री गुरु गोबिंद सिंह पातशाह जी ने उस वेले गुरबाणी के अर्थ पढ़ाए ते जदों अर्थ पढ़ाए श्री गुरु ग्रंथ साहिब पातशाह की रचना दे ते बहुत सारे सिख आउंदे रहे, कई 4 दिन आ गए ते कई 2 हफ्ते आ गए। उन्हां सारे सिखां दे विचों 48 ऐसे गुरु के सिख आ जिन्हां ने एक ओंकार तो लैके 18 10 20 तक 10वें पातशाह दे कोलों सारे अर्थ पढ़े।
ਵੇਖੋ ਉਹ ਕਿਦਾਂ ਦਾ ਸਮਾਂ ਹੋਵੇਗਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਥਾ ਕਰਦੇ ਹੋਣਗੇ ਤੇ ਉਹ ਹੜਤਾਲੀ ਜਿਹੜੇ ਲਗਾਤਾਰ ਉਹ ਹੜਤਾਲੀ ਦੇ ਹੜਤਾਲੀ ਲਗਾਤਾਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਅਰਥ ਸੁਣਦੇ ਹੋਣਗੇ। ਤੇ ਬਾਜਾ ਵਾਲੇ ਨੇ ਉਸ ਸਥਾਨ ਤੇ ਬਖਸ਼ਿਸ਼ਾਂ ਕੀਤੀਆਂ ਨਾ, ਜਿਹੜੇ ਉਸ ਸਥਾਨ ਤੇ ਆਏ ਉਹਨਾਂ ਦੇ ਉੱਪਰ ਜਿਹੜੀ ਬਖਸ਼ਿਸ਼ ਕੀਤੀ ਹੈ ਉਹ ਵੀ ਬੜੇ ਕਮਾਲ ਦੀ ਹੈ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਖੁਸ਼ੀ ਦੇ ਸਾਰਿਆਂ ਨੂੰ ਦਿੱਤੀ, ਜਿਹੜੀ ਜਿੰਨੇ ਦਿਨ ਵੀ ਆਏ ਆ, ਪਰ ਜਿਹੜੇ ਹੜਤਾਲੀ ਲਗਾਤਾਰ ਆਉਂਦੇ ਰਹੇ ਹਨ, ਜਿਹੜੀ ਬਖਸ਼ਿਸ਼ ਉਹਨਾਂ ਦੇ ਉੱਪਰ ਹੋਈ ਹੈ ਉਹਦੇ ਤੋਂ ਬਾਕੀ ਵਾਂਝੇ ਰਹਿ ਗਏ। ਉਹਨਾਂ 48 ਗੁਰੂ ਕੇ ਪਿਆਰਿਆਂ ਨੂੰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਪਣੀ ਛਾਤੀ ਦੇ ਨਾਲ ਲਾ ਕੇ ਕਹਿ ਦਿੱਤਾ, ਇਹ ਮੇਰੇ 48 ਮੁਕਤੇ ਆ। ਮੋਹਰ ਲਾਤੀ ਇੱਕ ਹੁੰਦਾ ਨਾ, ਪਤਾ ਨਹੀਂ ਮੁਕਤ ਹੋਇਆ ਕਿ ਨਹੀਂ ਹੋਇਆ। ਦਮ ਦਮਨ ਸਾਹਿਬ ਦੀ ਧਰਤੀ ਤੇ ਲਾ ਕੇ ਮੇਰੇ ਬਾਜਾਂ ਵਾਲੇ ਨੇ ਆਖਿਆ ਇਹ ਮੇਰੇ 48 ਮੁਕਤੇ ਆ। ਤੇ ਉਹਨਾਂ 48 ਦੇ ਵਿੱਚ 47 ਹੋਰ ਨੇ ਤੇ 48 ਸਾਡਾ ਬਾਬਾ ਬੈਠਾ ਦੀਪ ਸਿੰਘ, ਜਿਹਦਾ ਅਸੀਂ ਜਨਮ ਦਿਹਾੜਾ ਮਨਾ ਰਹੇ ਹਾਂ। 48 ਇਹ ਵੀ ਆ ਉਹਨਾਂ ਦੇ ਵਿੱਚ। ਮੈਂ ਇਹ ਵੀ ਤੁਹਾਡੇ ਨਾਲ ਸਾਂਝ ਪਾ ਦਿਆਂ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਜੀਵਨ ਵਿੱਚ 4 ਥਾਵਾਂ ਤੇ ਮੁਕਤਿਆਂ ਦਾ ਜ਼ਿਕਰ ਆਇਆ। 4 ਥਾਵਾਂ ਤੇ ਚਿੱਤੇ ਰੱਖਿਓ। ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਅੰਮ੍ਰਿਤ ਸੰਚਾਰ ਹੋਇਆ। ਜਿਹੜੇ ਸਭ ਤੋਂ ਪਹਿਲਾਂ ਅੰਮ੍ਰਿਤ ਛਕਦੇ ਆ ਉਹਨਾਂ ਨੂੰ ਕਿਹਾ ਕਿ ਮੇਰੇ ਪਿਆਰੇ ਹੈ। ਕਿ ਵੀ ਬੇਨਤੀ ਕਰਦੇ ਆ, ਇਤਿਹਾਸ ਇਦਾਂ ਦੀ ਚੀਜ਼ ਹੈ ਕਿ ਇਹਦੇ ਵਿੱਚ ਕੁਝ ਨਾ ਕੁਝ ਨਿਕਲਦਾ ਹੀ ਆਉਂਦਾ, ਸਮਝ ਨਹੀਂ ਆਉਂਦੀ ਮੈਂ ਕੀ ਕਹਾਂ ਤੇ ਕੀ ਛੱਡਾਂ। ਸਾਹਿਬ ਸਤ ਪੰਜਾਂ ਨੇ ਦੇਤੇ, 5 ਹੋਰ ਖੜੇ ਹੋ ਗਏ। ਕਹਿੰਦੇ ਗੁਰੂ ਪਾਤਸ਼ਾਹ ਅਸੀਂ ਸਿਰ ਦੇਣ ਵਾਸਤੇ ਤਿਆਰ ਹਾਂ। ਹੁਣ ਗੁਰੂ ਨੇ 5 ਤੋਂ ਬਾਅਦ ਆਪ ਅੰਮ੍ਰਿਤ ਛਕ ਕੇ ਜਿਹੜੇ ਸਿਰ ਦੇਣ ਅਨੰਦਪੁਰ ਸਾਹਿਬ ਦੀ ਧਰਤੀ ਤੇ ਮੇਰੇ ਪਾਤਸ਼ਾਹ ਨੇ ਵਰ ਬਖਸ਼ਿਆ, ਇਹ ਮੇਰੇ 5 ਮੁਕਤੇ ਹੈ। ਇਹ ਮੁਕਤ ਹੋ ਗਏ। ਭਾਵੇਂ ਮੈਂ ਇਹਨਾਂ ਦੇ ਸਿਰ ਨਹੀਂ ਲਏ। ਖੁਰ ਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਲਿਖਿਆ, ਬਹੁਰ 5 ਸਿੱਖ ਖਰੇ ਕਰ ਅੰਮ੍ਰਿਤ ਦਿਓ ਛਕਾਏ, ਸੰਗਿਆ ਮੁਕਤੇ ਜਿਨ ਕਹੇ ਭੈ ਸਿੰਘ ਹਰ ਖਾਏ, ਦੇਵਾ ਸਿੰਘ ਰਾਮ ਸਿੰਘ ਧੀਰ, ਟਹਿਰ ਸਿੰਘ ਈਸਰ ਸਿੰਘ ਵੀਰ, ਫਤਿਹ ਸਿੰਘ ਪੰਚੋ ਇਹ ਭਏ, ਮੁਕਤੇ ਨਾਮ ਗੁਰੂ ਕਹਿ ਗਏ। ਭਾਈ ਟਹਿਰ ਸਿੰਘ, ਭਾਈ ਤੇ ਭਾਈ ਫਤਿਹ ਸਿੰਘ ਇਹ 5 ਮੁਕਤੇ ਆ ਸਾਡੇ, ਜਿਨ੍ਹਾਂ ਨੇ 10ਵੇਂ ਪਾਤਸ਼ਾਹ ਦੇ ਮਗਰੋਂ ਤੇ ਸਾਰੀ ਸੰਗਤ ਤੋਂ ਪਹਿਲਾਂ ਖੰਡੇ ਬਾਟੇ ਦੀ ਪੌੜ ਛਕੀ ਹੈ। ਵਿਸਾਖੀ ਵਾਲੇ ਦਿਨ ਉਸ ਸਿੱਖ ਕੌਮ ਦੇ 5 ਮੁਕਤੇ ਆ। ਚਮਕੌਰ ਸਾਹਿਬ ਦਾ ਜਨਮ ਹੋਇਆ। ਜਿਹੜੇ 40 ਸਿੱਖ ਚਮਕੌਰ ਸਾਹਿਬ ਦੀ ਧਰਤੀ ਤੇ ਸ਼ਹੀਦ ਹੋਏ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕਿਹਾ ਇਹ ਸ਼ਸਤਰ ਚਲਾ ਕੇ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋਣ ਵਾਲੇ ਗੁਰੂ ਕੇ ਲਾਲ 40 ਦੇ 40 ਮੇਰੇ ਮੁਕਤੇ ਹੈ। ਮੁਕਤਸਰ ਦਾ ਜੰਗ ਲੜਿਆ। ਜਦੋਂ ਉਹਨਾਂ ਦਾ ਸੰਸਕਾਰ ਕੀਤਾ ਨਾ, ਜਿੱਥੇ ਗੁਰਦੁਆਰਾ ਅੰਗੀਠਾ ਸਾਹਿਬ ਬਣਿਆ, ਉਹਨਾਂ ਦਾ ਸੰਸਕਾਰ ਕਰਦਿਆਂ ਹੋਇਆ 40 ਗੁਰੂ ਤੇ ਸ਼ਹੀਦਾਂ ਦਾ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੋਂ ਪੁੱਤਾਂ ਦਾ ਸੰਸਕਾਰ ਨਹੀਂ ਕੀਤਾ, ਤੂੰ ਆਪਣੀ ਮਾਂ ਦਾ ਸੰਸਕਾਰ ਨਹੀਂ ਕੀਤਾ, ਤੂੰ ਆਪਣੇ ਪਿਓ ਦੇ ਧੜ ਦਾ ਵੀ ਸੰਸਕਾਰ ਨਹੀਂ ਕੀਤਾ। ਮੈਂ ਕਹਿੰਦਾ ਕਿੰਨੇ ਭਾਗਾਂ ਵਾਲੇ ਆ ਜਿਨ੍ਹਾਂ ਦਾ ਸੰਸਕਾਰ ਤੂੰ ਆਪਣੀ ਮੁਕਤਸਰ ਦੀ ਧਰਤੀ ਤੇ ਕੀਤਾ। ਜਿੱਥੇ ਉਸ ਸਥਾਨ ਨੂੰ ਮੁਕਤਸਰ ਗਿਆ ਨਾ, ਉਹਨਾਂ 4 ਦਾ ਸੰਸਕਾਰ ਕਰਦਿਆਂ ਕਰਦਿਆਂ ਮੇਰੇ ਬਾਜਾਂ ਵਾਲੇ ਨੇ ਆਖਿਆ ਕਿ ਮੇਰੇ 40 ਮੁਕਤੇ ਆ। ਉਹਨਾਂ 40 ਮੁਕਤਿਆਂ ਨੂੰ ਯਾਦ ਕਰਦੇ ਹੋ ਨਾ, 5 ਪਿਆਰਿਆਂ 4 ਸਾਹਿਬਜ਼ਾਦਿਆਂ 40 ਮੁਕਤਿਆਂ, 5 ਪਿਆਰਿਆਂ ਤੋਂ 4 ਸਾਹਿਬਜ਼ਾਦਿਆਂ ਤੋਂ ਬਾਕੀ ਸਾਰਿਆਂ ਤੋਂ ਪਹਿਲਾਂ ਉਹਨਾਂ 40 ਮੁਕਤਿਆਂ ਦਾ ਜ਼ਿਕਰ ਹੈ। 5 ਪਿਆਰਿਆਂ ਤੋਂ 4 ਸਾਹਿਬਜ਼ਾਦਿਆਂ ਤੋਂ ਅੱਗੇ ਜਾ ਕੇ
बाकी सारे सिखां तो पहला जिक्र अरदास दे चों 40 मुक्तियां दा जदों जदों भी अरदास होई श्री मुक्तसर दे 40 मुक्ति चेते होणगे। हुण चौथी वार की बात है जिथे जंग लड़न वालियां नूं मुक्ति आख्या उत्थे जिहड़े श्रोते बन के बाणी सुणदे आ बाणी दे अर्थ सुणदे आ उन्हां ने भी आख्या कि मेरे हड़ताली मुक्ति है ते उन्हां हड़तालियां दे विच बाबा दीप सिंह शामिल होए ते ਉਹ ਜਿਹੜੇ हड़ताली मुक्ति सी ना उन्हां दे विचों 2 मुक्ति चुन ले भाई मनी सिंह ते बाबा दीप सिंह ते उन्हां 2 मुक्तियां नूं चुन के आख्या तुसीं मुक्त हो के दुनिया दे नालों नहीं टुट जाना जिस तरह के नाल तुसी साडे कोलों अर्थ पढ़े है ना उसे तरह हुण अगे तुसी भी पढ़ाउणे आ। जेहड़ी दम दमिंट साल दी आरंभता है दम दमिंट साल दे मुखी थापिया दम दमा साहिब दी धरती ते 10वें पातशाह ने धन बाबा दीप सिंह जी नूं ते आज्ञा कीती कि जिवें मेरे कोलों अर्थ पढ़िया उसी तरह के नाल अगे अगे तुसां ने पढ़ाने असीं बड़े किस्मत वाले हां। दम दमा साहिब की धरती तो चलाई दम दमी टकसाल दा जिहड़ा हैडक्वार्टर मिੱਟੀ आ पहुंचे साडे लागे जाया करो उत्थे जाके भी बड़ी गुरमत दी सोझी मिल जाती है रह के तां मिलदी है उत्थे आउंदे जांदे भी रहिए ते तां भी पानी दा बड़ा अदब प्राप्त हुंदा आउंदे जांदे जरूर दर्शन करो ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਨਾਲ ਸੰਬੰਧਿਤ ਬਾਬਾ ਦੀਪ ਸਿੰਘ ਜੀ ਦਾ ਬਹੁਤ ਇਤਿਹਾਸ ਇਸ ਥਾਂ ਤੇ ਬੀਤਿਆ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਇੱਥੇ ਚੱਲਣ ਵਾਸਤੇ ਤਿਆਰ ਹੈ। ਗੁਰੂ ਗਲਾਸ ਪਾਤਸ਼ਾਹੀ ਦਸਵੀਂ ਨੇ ਲਿਖਿਆ ਹੋਇਆ ਕਹਿੰਦੇ 9 ਮਹੀਨੇ ਤੇ 9 ਦਿਨ ਤਲਵੰਡੀ ਰੱਖਿਆ ਮਕਾਮ डेरा तोरा रुख दखण छड़ तुरकन पट थाम 9 महीने के 9 दिन रह के 10वें पातशाह ते चले गया नंदेड़ साहब नूं ते धन बाबा दीप सिंह जी रह गया दम दमा साहब दी पावन धरती ते। 10वें पातशाह तो उपरंत उन्हां दा इतिहास संबंधित हुंदा है बाबा बंदा सिंह बहादुर दे नाल मैं उन्हां दा थोड़ा जिहा पाठ कह के ते समाप्ति पाठ कर दियां क्योंकि मैं बहुत कुछ सी कि 2 दिनां दे विच बाबा दीप सिंह जी दा इतिहास बहुत साझा कर सकां पर जिहड़ी तुहाडी इकाग्रता ना किते मैनूं इह नहीं गल चलण दिंदी जिन्हां थां दे उपर संगत इकाग्रता दे नाल नहीं ना बैठदी उन्हां थावां ते ਜਿਹੜੀਆਂ ਚੀਜ਼ਾਂ ਕਹਿਣ ਬਾਰੇ ਸੋਚਿਆ ਵੀ ਹੁੰਦਾ ਨਾ ਕਈ ਵਾਰ ਉਹ ਵੀ ਪੂਰੀਆਂ ਨਹੀਂ ਕਹੀਆਂ ਜਾਂਦੀਆਂ ਸੋਚੀ ਦੀਆਂ ਸਮਾਂ ਪੂਰਾ ਹੋ ਜੇ ਤੇ ਫਤਿਹ ਬੁਲਾ ਦਈਏ ਸੁਣਨ ਵਾਲੇ ਨਹੀਂ ਪਰ ਜਿੱਥੇ ਤੁਹਾਡੇ ਵਰਗੀਆਂ ਸੰਗਤਾਂ ਹੁੰਦੀਆਂ ਨਾ ਉੱਥੇ ਜੋ ਕੁਝ ਪੜਿਆ ਹੁੰਦਾ ਉਹ ਤਾਂ ਹੁੰਦਾ ਹੀ ਆ ਪਰ ਉਸ ਕਾਲੀ ਦੇ ਵਿੱਚੋਂ ਹੋਰ ਵੀ ਬੜਾ ਕੁਝ ਨਾਲ ਦੀ ਨਾਲ ਨਿਕਲਦਾ ਹੁੰਦਾ ਹੈ ਕਥਾ ਚੱਲਦੀ ਦੇ ਵਿੱਚ ਤੁਰਿਆ ਨਹੀਂ ਜਾਂਦਾ ਗਾ। सोचिया तो यह सी कि बहुत सारा सिख इतिहास नाल बाबा दीप सिंह संबंधित है वो सारा तुहाडे नाल कथन करा ते मैं ते लगदा जे भाई साहब हुक्म कर दिंदे ते 5 दिन ही करी जावां ना ते फिर बाबा दीप सिंह ही चली जाना 5 दिन ये बाबे ने पैरा इतना दा वरताया होया है। साहिब सतगुरु श्री गुरु गोबिंद सिंह पातशाह आप ते चले गए दमदमा साहिब दी धरती नूं ते बाबा बंदा सिंह बहादुर तोर दता पंजाब दी धरती ते आया उन्हें जेड़े मुखी सिख सी उन्हां दे वाल स्नेह भेजे उनका स्नेह सुनते सिख दे नाल इकट्ठे होते गए ते बाबा बंदा सिंह बहादुर बड़े थावां तो हुंदा समाणे दी धरती ते आ पहुंचदा है। ਜਦੋਂ ਸਮਾਣੇ ਦੀ ਧਰਤੀ ਤੇ ਪਹੁੰਚਦਾ ਤੇ ਤਵਾਰੀਖ ਗੁਰੂ ਖਾਲਸਾ ਦੇ ਵਿੱਚ ਗਿਆਨੀ ਗਿਆਨ ਸਿੰਘ ਹੁਣਾਂ ਨੇ ਜ਼ਿਕਰ ਕੀਤਾ ਕਿ ਬਾਬਾ ਦੀਪ ਸਿੰਘ ਉਸ ਵੇਲੇ ਨਾਲ ਸੀ ਬਾਬਾ ਬੰਦਾ ਸਿੰਘ ਬਹਾਦਰ ਦੇ ਜਦੋਂ ਸਮਾਣੇ ਦੇ ਉੱਪਰ ਜਿੱਤ ਪ੍ਰਾਪਤ ਕੀਤੀ। ਸਮਾਣਾ ਤੁਹਾਨੂੰ ਪਤਾ ਹੋਵੇਗਾ ਕਿ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਉੱਪਰ ਜਿਹਨੇ ਤਲਵਾਰ ਚਲਾਈ ਉਹ ਜਲਾਦ
ਜਲਾਲਦੀਨ ਇਸੇ ਸਮਾਣੇ ਦਾ ਸੀ, ਜਿਨ੍ਹਾਂ ਫਤਿਹਗੜ੍ਹ ਸਾਹਿਬ ਦੀ ਪਾਵਨ ਧਰਤੀ ਤੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚੁਣ ਕੇ ਫਿਰ ਸੁਰੀਆਂ ਦੇ ਨਾਲ ਖੋ ਕੇ ਸ਼ਹੀਦ ਕੀਤਾ। ਉਹ ਸਾਸਰ ਬੇਗ ਤੇ ਬਾਸਰ ਬੇਗ ਇਸੇ ਸਮਾਣੇ ਦੇ ਸੀ। ਜਿਸ ਸਰੀਰ ਨੇ ਗੁਰੂ ਜੀ ਨੂੰ ਆਨੰਦਪੁਰ ਤੋਂ ਜਾਣ ਵਾਸਤੇ ਔਰੰਗਜ਼ੇਬ ਦੀ ਚਿੱਠੀ ਦਿੱਤੀ ਸੀ ਨਾ, ਉਹ ਚਿੱਠੀ ਦੇਣ ਵਾਲਾ ਹਲਵਾਰਾ ਵੀ ਇਸੇ ਸਮਾਣੇ ਦਾ ਸੀ। ਤਾਂ ਕਰਕੇ ਇਹਨੂੰ ਜਲਾਦਾਂ ਦਾ ਸਮਾਣਾ ਕਿਹਾ ਜਾਂਦਾ। ਤੇ ਜਦੋਂ ਸਮਾਣਾ ਉਜਾੜਿਆ ਤੇ ਉਸ ਵੇਲੇ ਬਾਬਾ ਬਹਾਦਰ ਦੇ ਨਾਲ ਬਾਬਾ ਦੀਪ ਸਿੰਘ ਨੇ ਵੀ ਬੜਾ ਸਾਥ ਦਿੱਤਾ। ਚਾਪੜ ਖੇੜੀ ਦੇ ਮੈਦਾਨ ਵਿੱਚ ਵਜ਼ੀਰ ਖਾਨ ਦੇ ਨਾਲ ਜੰਗ ਹੋਇਆ। ਉਸ ਜੰਗ ਦੇ ਵਿੱਚ ਵੀ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਬਾਬਾ ਦੀਪ ਸਿੰਘ ਨਾਲ ਨੇ। ਤੇ ਜਦੋਂ ਮਲੇਰ ਕੋਟਲੇ ਦਾ ਨਵਾਬ ਮਾਰਿਆ ਗਿਆ ਇਸ ਜੰਗ ਦੇ ਵਿੱਚ, ਤੁਸੀਂ ਸਾਰੇ ਜਾਣਦੇ ਹੋ ਮੁਹੰਮਦ ਨੂੰ, ਜਿਹਨੇ ਹਾਂ ਦਾ ਨਾਰਾ ਮਾਰਿਆ ਸੀ ਸ਼ੇਰ ਮੁਹੰਮਦ ਖਾਨ। ਇਹ ਨਾ ਸੋਚਿਓ ਕਿਤੇ ਸਿੱਖਾਂ ਦਾ ਬੜਾ ਹੇਤੂ ਸੀ। ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਉਹਨੇ ਚਾਪੜ ਕਿੜੀ ਦਾ ਜੰਗ ਲੜਿਆ, ਜਿਹਨੇ ਹਾਂ ਦਾ ਨਾਰਾ ਮਾਰਿਆ। ਇਸ ਜੰਗ ਦੇ ਵਿੱਚ ਜਦੋਂ ਸਿੱਖਾਂ ਦੇ ਹੱਥੋਂ ਮਾਰਿਆ ਗਿਆ ਤੇ ਬਾਬਾ ਦੀਪ ਸਿੰਘ ਉਸ ਵੇਲੇ ਨਾਲ ਸਨ। ਜਦੋਂ ਵਜ਼ੀਰ ਖਾਨ ਨੂੰ ਮਾਰਿਆ ਤੇ ਉਸ ਵੇਲੇ ਵੀ ਨਾਲ ਨੇ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਸੁੱਚਾ ਨੰਦ ਦੇ ਨੱਕ ਦੇ ਵਿੱਚ ਕੜੇ ਦੀ ਨਕੀਰ ਪਾਈ ਹੈ। ਕਿਤੇ ਮੱਝਾਂ ਗਾਵਾਂ ਦੇ ਨੱਕ 'ਚ ਨਕੀਰ ਪਾਉਂਦੇ ਨੇ, ਨੱਥ ਪਾਉਂਦੇ। ਜਿੰਨੇ ਛੋਟੇ ਸਾਹਿਬਜ਼ਾਦੇ ਸ਼ਹੀਦ ਕਰਾਏ ਨਾ, ਬਾਬਾ ਬੰਦਾ ਸਿੰਘ ਬਹਾਦਰ ਨੇ ਨਿੱਕੀ ਜੀ ਨਕੀਰ ਨੱਥ ਨਹੀਂ ਪਾਈ। ਉਹਨੇ ਆਖਿਆ ਖਾਲਸਾ ਸਰਬ ਲੋਹੇ ਦਾ ਕੜਾ ਤੇ ਸਰਬ ਲੋਹੇ ਦੇ ਕੜੇ ਦੀ ਨੱਥ ਪਾਈ ਸੀ ਉਹਦੇ ਨੱਕ ਵਿੱਚ। ਉਹਦੇ ਤੋਂ ਫੜ ਕੇ ਅੱਗੇ ਰੱਸੇ ਦੇ ਨਾਲ ਖਿੱਚਦੇ ਸੀ। ਕਹਿੰਦੇ ਇਹਨੂੰ ਦੁਕਾਨਾਂ ਤੇ ਲੈ ਕੇ ਜਾਓ, ਇਹਦੇ ਕੋਲੋਂ ਟਕੇ ਟਕੇ ਦੀ ਭੀਖ ਮੰਗਾਓ ਤੇ ਇੱਕ ਦੁਕਾਨਦਾਰ 5 ਛਿੱਤਰ ਇਹਦੇ ਸਿਰ ਤੇ ਮਾਰੇਗਾ। ਜਦੋਂ ਇਹ ਹਾਲ ਸੁੱਚਾ ਨੰਦ ਦਾ ਹੋਇਆ, ਬੰਦਾ ਸਿੰਘ ਬਹਾਦਰ ਦੇ ਨਾਲ ਸੀ ਬਾਬਾ ਦੀਪ ਸਿੰਘ ਉਸ ਵੇਲੇ। ਤੇ ਉਸ ਸੁੱਚਾ ਨੰਦ ਨੂੰ ਸਰਹੰਦ ਦੀ ਧਰਤੀ ਤੇ ਨੱਕ 'ਚ ਨਕੀਰ ਪਾ ਕੇ ਤੇ ਖੋ ਕੇ ਮਾਰਿਆ ਗਿਆ। ਇੱਕੋ ਬੇਨਤੀ ਕਹਿ ਕੇ ਸਮਾਪਤੀ ਕਰਦੇ ਹਾਂ। 8 ਸਾਲ ਦੀ ਉਹਦੀ ਪੁੱਤਰੀ ਸੀ। ਵਿਦਵਾਨਾਂ ਨੇ ਵੀ ਲਿਖਿਆ, ਸੰਤ ਬਾਬਾ ਜਰਨੈਲ ਸਿੰਘ ਹੋਰਾਂ ਦੀਆਂ ਸਪੀਚਾਂ ਦੇ ਵਿੱਚ ਤੁਸੀਂ ਇਹ ਇਤਿਹਾਸ ਸੁਣ ਸਕਦੇ ਹੋ। 8 ਸਾਲ ਦੀ ਉਹਦੀ ਜਿਹੜੀ ਪੁੱਤਰੀ ਸੀ ਉਹ ਵੀ ਗ੍ਰਿਫਤਾਰ ਕਰਕੇ ਲੈ ਆਂਦੀ। ਕੁਝ ਸਿੱਖਾਂ ਨੇ ਆਖਿਆ ਬਾਬਾ ਬੰਦਾ ਸਿੰਘ ਬਹਾਦਰ ਸੁੱਚਾ ਨੰਦ ਦਾ ਕਸੂਰ ਸੀ, ਉਹ ਮਾਰ ਦਿੱਤਾ। ਇਹ ਬੱਚੀ ਦਾ ਕੋਈ ਕਸੂਰ ਨਹੀਂ ਆ, ਇਹਨੂੰ ਬਖਸ਼ ਦਿੱਤਾ ਜਾਏ। ਬਾਬਾ ਬੰਦਾ ਸਿੰਘ ਬਹਾਦਰ ਨੇ ਬੜੇ ਵੀਰ ਰਸ ਦੇ ਵਿੱਚ ਆ ਕੇ ਆਖਿਆ ਸੀ, ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪੁੱਤਾਂ ਦਾ ਕੀ ਦੋਸ਼ ਸੀ, ਜਿਹੜੀਆਂ ਅਜੇ ਮਾਸੂਮ ਜਿੰਦਾਂ ਇਸੇ ਸਰਹੰਦ ਦੀ ਧਰਤੀ ਤੇ ਨੀਹਾਂ ਦੇ ਵਿੱਚ ਚਿਣ ਕੇ ਤੇ ਖੋ ਕੇ ਸ਼ਹੀਦ ਕੀਤੀਆਂ ਗਈਆਂ। ਮੈਨੂੰ ਇਹ ਪਾਤਸ਼ਾਹ ਦੇ ਪੁੱਤਰਾਂ ਦਾ ਕੀ ਕਸੂਰ ਸੀ ਕਿ ਇਹ ਸਜ਼ਾ ਉਹਨਾਂ ਨੂੰ ਦਿੱਤੀ ਗਈ। ਲਾਜਵਾਬ ਨੇ ਆਖਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਚੰਡਾਲਾਂ ਦੇ ਨਾਲ ਪੁੱਤਰੀ ਵਿਆਹ ਕੇ ਚੰਡਾਲਾਂ ਨੂੰ ਦੇ ਕੇ ਆਖਿਆ, ਸੁੱਚਾ ਨੰਦ ਜੇ ਤੂੰ ਗੁਰੂ ਕੇ ਪੁੱਤਰਾਂ ਤੇ ਅਤਿਆਚਾਰ ਕਰਾਇਆ ਤੇ ਤੈਨੂੰ ਖਾਨਦਾਨਾਂ ਦਾ ਸਹੁਰਾ ਨਹੀਂ ਬਣਾਉਣਾ, ਤੇਰੇ ਜਵਾਈ ਮੈਂ ਚੰਡਾਲ ਬਣਾਉਣੇ ਆ। ਚੰਡਾਲਾਂ ਦੇ ਨਾਲ ਕੋਈ ਧੀ ਵਿਆਹ ਕੇ ਤੇ ਚੰਡਾਲ ਸੁੱਚਾ ਨੰਦ ਦੇ ਜਵਾਈ ਬਣਾਏ। ਉਸ ਵੇਲੇ ਵੀ ਬੰਦਾ ਸਿੰਘ ਬਹਾਦਰ ਦੇ ਰਾਜ ਬਾਬਾ ਦੀਪ ਸਿੰਘ ਨਾਲ ਸਨ। ਧੰਨ ਧੰਨ ਬਾਬਾ ਦੀਪ ਆਪ ਸਮਝੀਆਂ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਕੋਟਾਨ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ। ਅਤੀ ਸਤਿਕਾਰਯੋਗ ਇੱਥੋਂ ਦੇ ਗੁਰੂ ਕੇ ਵਜ਼ੀਰ ਸਾਹਿਬਾਨਾਂ ਦਾ। ਮੈਂ ਕਹਿੰਦਾ ਮੇਰੇ ਕੋਲ ਸ਼ਬਦ ਨਹੀਂ, ਮੈਂ ਜਿਨ੍ਹਾਂ ਸ਼ਬਦਾਂ ਦੇ ਨਾਲ ਆਪ ਰੱਬ ਵਰਗੀਆਂ ਸੰਗਤਾਂ ਦਾ ਧੰਨਵਾਦ ਕਰਾਂ ਕਿ ਇੰਨਾ ਸਮਾਂ ਲੱਗਣ ਦੇ ਬਾਵਜੂਦ ਵੀ ਪਤਾ ਨਹੀਂ ਲੱਗਦਾ ਸਮਾਂ ਕਿੰਨੀ ਛੇਤੀ ਪੂਰਾ ਹੋ ਜਾਂਦਾ ਹੈ। ਬੜੀ ਇਕਾਗਰਤਾ ਬਣਾ ਕੇ ਗੁਰੂ ਚਰਨਾਂ ਦੇ ਵਿੱਚ ਆਪ ਸਮੁੱਚੀਆਂ ਬੀਬੀਆਂ ਭੈਣਾਂ ਵੀਰ ਬਜ਼ੁਰਗ ਸੱਜ ਬੈਠੇ ਹੋ ਤੁਹਾਡੇ ਚਰਨਾਂ ਦੇ
सिद्ध का नमस्कार है। वीर ये एक उपराला ही बनता है। ये सारे नगर का समागम है, ये सारे नगर नूं सानू रल के ही इस समागम दे विच आपो अपनी सेवा आपो अपने फर्ज निभाने चाहिए है। गुरु पातशाह रहमत कृपा करे भाई दलिंदर सिंह जी के समुचे परिवार नूं उन्हां दे नाल जिन्नियां भी संगतां संयोग कर रही ने समुचियां संगतां नूं बाबा दीप सिंह जी अपने दर घर तो गुरसिੱਖੀ दी दात बच्चियां दे विच सुख शांति चढ़ती कला अमृतधारी जीवन नितनेमी जीवन झोली दे विच बख्शिश करन। जिन्हां सिख संगतां ने खंडे बाटे दी पौल नहीं चुकी छड्ड के आगे समझ चलो लाला खंडे बाटे की पौल छाप के गुरु के सुपुत्र बन के अपना जीवन बसर करो। नौजवान गुरु के प्यारे जिन्हों ने मीडिया के समय के मुताबिक चैनलों के सारे प्रोग्राम लाइव किया, इन्हों का भी धन्यवाद। चैनलों वाले जोड़े वीर ने पंजाबी टीवी वाले टीवी वाले उन्हों का भी धन्यवाद जोड़े अपने पारे आ। गुरु पातशाह इन्हों सारे चढ़ती कला बख्शिश करन। बेअंत प्रकार दियां होइयां फुल्लां मेरी झोली दे विच पा के एक बार आरंभता वाला समाप्ति के प्यार का सबूत दिओ। गज के बुलाओ वाहिगुरू